ਗੁਰੂ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰਉ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਤੇ ਆਵਉ ਹਿਰਦੈ ਧਿਆਵਉ ਸ੍ਰੀ ਗੁਰੂ ਰਾਮਦਾਸ ਗੁਣ ਗਾਵਉ ਗੁਰ ਅਰਜੁਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ਬ ਸਮਤ ਪਰ ਆਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਵੰ ਹੋਰੀ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰਮੰਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਯਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੰ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਨ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਨ ਬਿਘਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰਹਿ ਜੀਵ ਕਾ ਬਸ ਗੁਰਪੁਰ ਮੈਂ ਸਤਿਗੁਰ ਸ਼ਬਦ ਧਾਰ ਕਰ ਉਰ ਮੈਂ ਅੰਤ ਸਮੈ ਗਤ ਪਾਏ ਸੁਖਾਰੇ ਦੋਏ ਲੋਕਨ ਕੇ ਕਾਰਜ ਸਾਰੇ ਕਰਹਿ ਜੀਵ ਕਾ ਬਸ ਗੁਰਪੁਰ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਕਿਰਪਾ ਨਿਦਾਨ ਚਵਰ ਤਖਤ ਛਤਰ ਦੇ ਮਾਲਕ ਸਾਹਿਬੇ ਕਮਾਲ ਹਾਲਤ ਪਾਲਤ ਦੇ ਅਰਖਿਅਕ ਪਰਮੇਸ਼ਵਰ ਜੀ ਦਾ ਨਿਜ ਸਵਰੂਪ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨ ਕੋਇ ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਬਾਇਮਾਨ ਪਰਮ ਸਨਮਾਨ ਯੋਗ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਵਡਿਆਈ ਦੇ ਪਾਤਰ ਹੋਏ ਆਪ ਜੀ ਜਿਨ੍ਹਾਂ ਨੇ ਆਪਣੇ ਨਿਤ ਦੇ ਨੇਮ ਨੂੰ ਨਿਭਾਉਂਦਿਆਂ ਹੋਇਆਂ ਸਤਿਗੁਰੂ ਜੀ ਦੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਗੁਰੂ ਪਿਤਾ ਜੀ ਦੀ ਨਿੱਘੀ ਪਿਆਰੀ ਗੋਦ ਵਿੱਚ ਬੈਠ ਕੇ ਆਪ ਜੀ ਨੇ
ਬੜੇ ਪਿਆਰ ਦੇ ਨਾਲ ਸੋ ਦਰ ਦੇ ਨਿਤ ਨਿਮ ਤੋਂ ਬਾਅਦ ਅੰਮ੍ਰਿਤ ਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਲਾਹ ਪ੍ਰਾਪਤ ਕੀਤਾ ਹੈ। ਬਾਣੀ ਦੇ ਬੋਹਿਤ ਨਾਮ ਦੇ ਜਹਾਜ਼ ਗੁਰਬਾਣੀ ਅਤੇ ਕੁਰਬਾਨੀ ਦੇ ਪੁੰਜ ਪੰਜਵੇਂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਇਤਿਹਾਸ ਦੀ ਚੱਲ ਰਹੀ ਵਿਚਾਰ ਦੇ ਅਨੁਸਾਰ ਕੱਲ ਦੇ ਦੀਵਾਨ ਅੰਦਰ ਆਪ ਜੀ ਨੇ ਸਰਵਣ ਕੀਤਾ। ਦੂਰੋਂ ਨੇੜਿਓਂ ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਕੇ ਸਿੱਖ ਤੇ ਹੋਰ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਸਾਈ ਹੋਈ ਨਗਰੀ, ਜਿਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਹੋਰ ਵੱਡੇ ਪੱਧਰ ਤੇ ਉਸਾਰ ਰਹੇ ਨੇ, ਉੱਥੇ ਆਣ ਕੇ ਜਿਹੜੇ ਲੋਕ ਨੇ ਉਹ ਨਿਵਾਸ ਕਰ ਰਹੇ ਨੇ। ਆਪਣੇ ਕਾਰੋਬਾਰ ਦੀ ਸ਼ੁਰੂਆਤ ਕਰਦੇ ਨੇ, ਆਪਣੀਆਂ ਦੁਕਾਨਾਂ ਦੀ ਹੱਡੀਆਂ ਦੀ ਤਿਆਰੀ ਕਰ ਰਹੇ ਨੇ, ਰਹਿਣ ਦੇ ਲਈ ਆਪਣੇ ਘਰ ਸਵਾਰਦੇ ਨੇ। ਲੇਕਿਨ ਕੁਝ ਹੋਰ ਨਗਰਾਂ ਦੇ ਲੋਕ ਉਹਨਾਂ ਦੇ ਮਨ ਵਿੱਚ ਆਣ ਕੇ ਸ਼ੰਕੇ ਪੈਦਾ ਕਰਦੇ ਨੇ ਕਿ ਤੁਸੀਂ ਆ ਤਾਂ ਗਏ ਹੋ, ਪਰ ਜ਼ਿਆਦਾ ਸਮਾਂ ਇੱਥੇ ਟਿਕੋਗੇ ਨਹੀਂ, ਕਿਉਂਕਿ ਬਰਸਾਤ ਦੇ ਮੌਸਮ ਦੇ ਵਿੱਚ ਆਲੇ ਦੁਆਲੇ ਪਾਣੀ ਭਰ ਜਾਂਦਾ ਹੈ, ਮਕਾਨ ਗਿਰ ਜਾਂਦੇ ਨੇ, ਦੁਕਾਨਾਂ ਤੁਹਾਡੀਆਂ ਚੱਲਣੀਆਂ ਕੋਈ ਨਹੀਂ, ਤੇ ਤੁਸੀਂ ਫਿਰ ਜਿੱਥੋਂ ਆਏ ਉੱਥੇ ਚਲੇ ਜਾਓਗੇ। ਸਿੱਖ ਸੁਣਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਦੋਂ ਸਾਰੀ ਵਾਰਤਾ ਦੱਸਦੇ ਨੇ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਜਿਹੜੇ ਅੱਜ ਇਹ ਕਹਿੰਦੇ ਨੇ ਵੀ ਤੁਸਾਂ ਨੇ ਇੱਥੋਂ ਚਲੇ ਜਾਣਾ, ਇੱਥੇ ਰਹਿਣਾ ਨਹੀਂ, ਇੱਥੇ ਜਲ ਹੈ, ਇੱਥੇ ਪਾਣੀ ਭਰ ਜਾਂਦਾ ਹੈ, ਇੱਥੇ ਕੋਈ ਪੱਕਾ ਵਸੇਬਾ ਨਹੀਂ ਕਰ ਸਕਦਾ, ਸਮਾਂ ਆਏਗਾ ਇਹਨਾਂ ਲੋਕਾਂ ਨੇ ਇੱਥੇ ਆਣ ਕੇ ਰਹਿਣ ਦੇ ਲਈ ਤਰਸਿਆ ਕਰਨਾ, ਇੰਨੀਆਂ ਇੱਥੇ ਰੌਣਕਾਂ ਹੋਣਗੀਆਂ, ਇੰਨੀਆਂ ਇੱਥੇ ਗੁਰੂ ਪਿਤਾ ਜੀ ਦੀ ਵਸਾਈ ਨਗਰੀ ਦੇ ਵਿੱਚ ਬਰਕਤਾਂ ਵਸਣਗੀਆਂ। ਮਹਾਰਾਜ ਕਹਿੰਦੇ ਇੱਥੇ ਪ੍ਰਤੀ ਦਿਨ ਇੱਥੇ ਗਿਣਤੀ ਵਧੇਗੀ, ਸੰਗਤਾਂ ਆਉਣਗੀਆਂ, ਹਰਿਮੰਦਰ ਸਾਹਿਬ ਜੀ ਦੇ ਅੰਦਰ ਬੈਠ ਕੇ ਮਾਲਕ ਦਾ ਨਾਮ ਜਪਣਗੀਆਂ, ਸਿਮਰਨ ਕਰਨਗੀਆਂ, ਲੋਕ ਪਰਲੋਕ ਦੇ ਸੁੱਖ ਪਾਉਣਗੀਆਂ। ਸਤਿਗੁਰੂ ਮਹਾਰਾਜ ਇਸ ਤਰ੍ਹਾਂ ਸੇਵਾ ਕਰਵਾਉਂਦੇ ਨੇ। ਹੋਰ ਫਿਰ ਭਾਵਨਾ ਵਾਲੇ ਆਣ ਕੇ ਕਿਵੇਂ ਕਿਵੇਂ ਸੇਵਾ ਦੇ ਅੰਦਰ ਹਿੱਸਾ ਪਾ ਕੇ ਆਪਣਾ ਤਨ ਮਨ ਜੀਵਨ ਸਫਲਾ ਕਰਦੇ ਨੇ। ਅੱਗੇ ਦੀ ਵਾਰਤਾ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੜੇ ਪਿਆਰ ਨਾਲ ਇਸ ਤਰ੍ਹਾਂ ਲਿਖਦੇ ਹਨ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰਹਿ ਜੀਵ ਕਾ ਬਸ ਗੁਰਪੁਰ ਮੈਂ, ਸਤਿਗੁਰ ਸ਼ਬਦ ਧਾਰ ਕਰ ਉਰ ਮੈਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ, ਸਤਿਗੁਰ ਕਹਿੰਦੇ ਸਮਾਂ ਆਏਗਾ ਤੁਸੀਂ ਦੇਖਦੇ ਜਾਣਾ ਕਿ ਦੂਰੋਂ ਦੂਰੋਂ ਧਨੀ ਲੋਕ ਇੱਥੇ ਆਉਣਗੇ, ਆਣ ਕੇ ਆਪਣਾ ਵਾਸਾ ਕਰਨਗੇ, ਆਪਣੀ ਉਪਜੀਵਕਾ ਵੀ ਚਲਾਉਣਗੇ, ਗੁਰੂ ਦੇ ਸ਼ਬਦ ਨਾਲ ਜੁੜਨਗੇ, ਬਾਣੀ ਦਾ ਜਾਪ ਕਰਨਗੇ, ਅੰਤ ਸਮੇਂ ਪਰਮ ਗਤੀ ਨੂੰ ਪ੍ਰਾਪਤ ਹੋਣਗੇ, ਆਪਣਾ ਲੋਕ ਤੇ ਪਰਲੋਕ ਇੱਥੇ ਆਣ ਕੇ ਦੋਨੋਂ ਸਵਾਰ ਲੈਣਗੇ ਜੀ। ਨਿੰਦਕ ਦੁਸ਼ਟ ਬਿਲੋਕ ਨ ਸਕਈ, ਦੁਖੀ ਹੋਤ ਪਰ ਸੁਖ ਕੋ ਤਕਹੀਂ। ਤੇ ਮਹਾਰਾਜ ਕਹਿਣ ਲੱਗੇ, ਇਹ ਜਿਹੜੇ ਤੁਹਾਡੇ ਕੋਲ ਆਣ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਨੁਕਤਾਚੀਨੀ ਕਰਦੇ ਨੇ, ਸਤਿਗੁਰ ਕਹਿੰਦੇ ਇਹ ਦੁਸ਼ਟ ਨੇ, ਇਹ ਨਿੰਦਕ ਨੇ। ਨਿੰਦਕ ਦਾ ਸੁਭਾਅ ਹੁੰਦਾ ਹੈ ਕਿ ਉਹ ਦੂਸਰੇ ਨੂੰ ਸੁਖੀ ਨਹੀਂ ਦੇਖ ਸਕਦਾ। ਔਰ ਇਕੱਲਾ ਨਿੰਦਕ ਨਹੀਂ, ਆਮ ਤੌਰ ਤੇ ਪਿਆਰਿਓ ਹਰ ਇਨਸਾਨ ਦੀ ਫਿਤਰਤ ਹੈ। ਕੱਲ ਵੀ ਬੇਨਤੀ ਕੀਤੀ ਕਿ ਮਨੁੱਖ ਆਪਣੇ ਦੁੱਖਾਂ ਤੋਂ ਇੰਨਾ ਦੁਖੀ ਨਹੀਂ ਹੈ
ਜਿਨ੍ਹਾਂ ਦੂਸਰੇ ਦੇ ਸੁੱਖਾਂ ਨੂੰ ਵੇਖ ਕੇ ਇਹ ਦੁਖੀ ਹੋ ਜਾਂਦਾ ਹੈ। ਇਹ ਨਹੀਂ ਇਨਸਾਨ ਇਸ ਕਰਕੇ ਦੁਖੀ ਹੈ ਕਿ ਵੇਖੋ ਖਿਮਾ ਕਰਨਾ, ਵਿਅਕਤੀ ਇਸ ਕਰਕੇ ਦੁਖੀ ਨਹੀਂ ਕਿ ਮੇਰੀ ਫਸਲ ਘੱਟ ਹੋਈ ਹੈ, ਦੁਖੀ ਇਸ ਕਰਕੇ ਹੈ ਕਿ ਗਵਾਂਢੀ ਦੀ ਫਸਲ ਬੜੀ ਨਿਕਲੀ ਹੈ, ਬਸ ਆਹ ਦੁੱਖ ਹੈ। ਇਹ ਦੁੱਖ ਨਹੀਂ ਕਿ ਮੇਰੀ ਪੇ ਘੱਟ ਹੈ, ਦੁੱਖ ਇਸ ਗੱਲ ਦਾ ਹੈ ਕਿ ਫਲਾਣੇ ਦੀ ਪੇ ਬਹੁਤ ਜ਼ਿਆਦਾ ਹੈ। ਇਹ ਦੁੱਖ ਨਹੀਂ ਕਿ ਮੇਰਾ ਕਾਰੋਬਾਰ ਘੱਟ ਹੈ, ਦੁੱਖ ਇਸ ਗੱਲ ਦਾ ਕਿ ਉਹਦਾ ਕਾਰੋਬਾਰ ਇੰਨਾ ਜ਼ਿਆਦਾ ਕਿਉਂ ਹੈ। ਦੁੱਖ ਇਸ ਗੱਲ ਦਾ ਨਹੀਂ ਕਿ ਮੇਰੇ ਬੱਚੇ ਸੈੱਟ ਨਹੀਂ ਹੋਏ, ਦੁੱਖ ਇਸ ਗੱਲ ਦਾ ਕਿ ਮੇਰਾ ਰਿਸ਼ਤੇਦਾਰ, ਮੇਰਾ ਗਵਾਂਢੀ, ਉਹਦੇ ਬੱਚੇ ਬੜੇ ਸੈੱਟ ਹੋ ਗਏ ਨੇ। ਇਹ ਇਨਸਾਨ ਦਾ ਸੁਭਾਅ ਹੈ ਜੀ। ਆਪਣੇ ਦੁੱਖ ਨੂੰ ਤੇ ਜਰ ਜਾਂਦਾ ਹੈ, ਪਰ ਦੂਸਰੇ ਦੇ ਸੁੱਖ ਨੂੰ ਵੇਖ ਕੇ ਫਿਰ ਨਹੀਂ ਇਹਦੇ ਕੋਲ ਬਰਦਾਸ਼ਤ ਹੁੰਦਾ, ਇਹਦੇ ਕੋਲ ਜਰਿਆ ਜਾਂਦਾ। ਸਤਿਗੁਰ ਕਹਿੰਦੇ ਨੇ ਦੁਖੀ ਹੋਤ ਪਰ ਸੁਖੋ ਤੱਕ ਹੀ। ਇਹੋ ਜਿਹੇ ਜਿਹੜੇ ਲੋਕ ਨੇ ਨਿੰਦਕ ਦੁਸ਼ਟ, ਦੂਸਰੇ ਦੇ ਸੁੱਖ ਨੂੰ ਦੇ ਕੇ ਸਾਹਿਬ ਕਹਿੰਦੇ ਉਹ ਦੁਖੀ ਹੋ ਜਾਂਦੇ ਨੇ। ਚਾਰਾ ਕੋਈ ਚੱਲਦਾ ਨਹੀਂ ਤੇ ਪਰ ਤਰ੍ਹਾਂ ਤਰ੍ਹਾਂ ਦੀ ਨੁਕਤਾਚੀਨੀ ਕਰਦੇ ਨੇ, ਉਹਨਾਂ ਦਾ ਸੁਭਾਅ ਹੋ ਜਾਂਦਾ ਹੈ। ਇਸ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਇਹ ਸੁਖੀ ਕਿਉਂ ਵਸਣ ਲੱਗਾ ਤੇ ਇਹਨੂੰ ਵੀ ਇਤੋਂ ਉਜਾੜਿਆ ਜਾਵੇ ਜੀ। ਸੋ ਪਚ ਪਚ ਜਬ ਜਾਵੇਂ ਹਰ ਸ਼ਰਨ ਪਰੈ ਸਤਿਗੁਰ ਦਰਬਾਰ। ਮਹਾਰਾਜ ਕਹਿੰਦੇ ਆ ਜਿਹੜੇ ਨਿੰਦਕ ਤੇ ਦੁਸ਼ਟ ਤੁਹਾਨੂੰ ਇੰਨੀਆਂ ਗੱਲਾਂ ਕਹਿੰਦੇ ਪਏ ਨੇ, ਹਜ਼ੂਰ ਜੀ ਕਹਿੰਦੇ ਸਮਾਂ ਆਉਣਾ ਕਿ ਸੋ ਪਚ ਪਚ ਈਰਖਾ ਦੀ ਅੱਗ ਵਿੱਚ ਸੜ ਸੜ ਕੇ ਮਹਾਰਾਜ ਕਹਿੰਦੇ ਹਾਰ ਜਾਣਗੇ, ਉਹਨਾਂ ਦੀ ਕੋਈ ਪੇਸ਼ ਨਹੀਂ ਜਾਣੀ। ਸਤਿਗੁਰ ਕਹਿਣ ਲੱਗੇ ਇਹਨਾਂ ਦਾ ਸੁਭਾਅ ਤੇ ਇਵੇਂ ਹੀ ਹੈ ਕਿ ਜਿਵੇਂ ਸੂਰਜ ਚੜ੍ਹਦਾ ਹੈ ਸਾਰਿਆਂ ਨੂੰ ਚਾਅ ਚੜ੍ਹਦਾ ਏ, ਪਰ ਜਿਹੜਾ ਉੱਲੂ ਆ ਉਹਦੀ ਨਿੰਦਾ ਹੀ ਕਰਦਾ ਹੈ, ਉਹਨੂੰ ਨਹੀਂ ਚੰਗਾ ਲੱਗਦਾ। ਕਹਿਣ ਲੱਗੇ ਬਰਸਾਤ ਹੁੰਦੀ ਏ ਸਾਰੇ ਖੁਸ਼ ਹੁੰਦੇ ਨੇ, ਸਾਵਣ ਵਣ ਹਰੀਆਵਲੇ ਸੂਕੇ ਜਾਂ ਵਾਹਾਂ। ਸਾਵਣ ਦਾ ਮਹੀਨਾ ਆਉਂਦਾ, ਬਰਸਾਤ ਆਉਂਦੀ ਹੈ, ਸਾਰੇ ਜੀਵ ਜੰਤ ਬਨਸਪਤੀ ਸਾਰੀ ਸੁਖੀ ਹੋ ਜਾਂਦੀ ਏ, ਪਰ ਜਿਹੜੇ ਜਵਾਨ ਦਾ ਬੂਟਾ ਉਹਨੂੰ ਨਹੀਂ ਬਰਸਾਤ ਚੰਗੀ ਲੱਗਦੀ, ਉਹ ਨਿੰਦਾ ਕਰੇਗਾ। ਮਹਾਰਾਜ ਕਹਿੰਦੇ ਇਹ ਲੋਕ ਇਦਾਂ ਦੇ ਨੇ, ਇਹ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਨੇ। ਹਾਂ, ਈਰਖਾ ਦੀ ਅੱਗ ਵਿੱਚ ਸੜ ਸੜ ਕੇ ਇੱਕ ਦਿਨ ਇਹ ਹਾਰ ਜਾਣਗੇ। ਜਦੋਂ ਇਹਨਾਂ ਦੀ ਕੋਈ ਪੇਸ਼ ਨਾ ਆਈ, ਤੁਸੀਂ ਆਪਣੇ ਨੇਤਰਾਂ ਨਾਲ ਦੇਖੋਗੇ ਅੱਜ ਇਹ ਤੁਹਾਡੇ ਵਿਰੋਧ ਵਿੱਚ ਬੋਲਣ ਵਾਲੇ ਕਦੇ ਇਹ ਵੀ ਗੁਰੂ ਦਰਬਾਰ ਵਿੱਚ ਆਣ ਕੇ ਡਿੱਗਣਗੇ, ਇਹ ਵੀ ਆਣ ਕੇ ਤੇ ਮੱਥੇ ਟੇਕਣਗੇ, ਇੱਥੇ ਆਣ ਕੇ ਹੱਥ ਜੋੜਨਗੇ, ਇੱਥੇ ਆਣ ਕੇ ਗੁਰੂ ਦੀ ਸ਼ਰਨ ਪੈਣਗੇ ਜੀ। ਨਹੀਂ ਬਸਹਿ ਪਛਤਾਵਹਿ ਪਾਛੈ ਸੁਖ ਆਛੋ ਪਿਖ ਬਸਬੋ ਬਾਂਛੈ। ਅੱਜ ਤੁਸੀਂ ਆ ਰਹੇ ਹੋ, ਤੁਸੀਂ ਇੱਥੇ ਆਣ ਕੇ ਵਸਣਾ ਚਾਹੁੰਦੇ ਹੋ, ਨਿਵਾਸ ਕਰਨਾ ਚਾਹੁੰਦੇ ਹੋ, ਤੇ ਤੁਹਾਡੇ ਲਈ ਗੱਲਾਂ ਕਰਦੇ ਨੇ ਵੀ ਤੁਸੀਂ ਇੱਥੇ ਨਾ ਰਹੋ, ਵੀ ਜਿੱਥੋਂ ਆਇਓ ਚਲੇ ਜਾਓ। ਮਹਾਰਾਜ ਕਹਿੰਦੇ ਬਾਅਦ ਵਿੱਚ ਇਹਨਾਂ ਦੇ ਪੱਲੇ ਪਛਤਾਵਾ ਰਹਿ ਜਾਣਾ ਵੀ ਅਸੀਂ ਵਸੇਬਾ ਕਿਉਂ ਨਹੀਂ ਕੀਤਾ, ਅਸੀਂ ਇੱਥੇ ਕਿਉਂ ਨਹੀਂ ਆ ਗਏ, ਅਸੀਂ ਘਰ ਕਿਉਂ ਨਹੀਂ ਬਣਾਇਆ, ਅਸੀਂ ਇੱਥੇ ਆਣ ਕੇ ਆਪਣਾ ਕਾਰੋਬਾਰ ਕਿਉਂ ਨਹੀਂ ਇੱਥੇ ਆਰੰਭ ਕੀਤਾ। ਮਹਾਰਾਜ ਕਹਿੰਦੇ ਇਹ ਬਾਅਦ ਵਿੱਚ ਬਹੁਤ ਪਛਤਾਉਣਗੇ। ਸੁਖ ਆਸ਼ੋ ਪਿਖ ਬਸਬੋ ਬਾਂਛੇ। ਤੇ ਜਿਹੜੇ ਸਿੱਖ ਇੱਥੇ ਸੁਖੀ ਵਸਣਗੇ ਉਹਨਾਂ ਨੂੰ ਦੇਖ ਦੇ ਕੇ ਫਿਰ ਇਹਨਾਂ ਦਾ ਮਨ ਵੀ ਲਲਚਾਏਗਾ, ਇਹ ਵੀ ਚਾਹਣਗੇ ਕਿ ਆਪਾਂ ਵੀ ਇੱਥੇ ਆਣ ਕੇ ਰਹਿਣ ਲੱਗ ਪਈਏ ਜੀ। ਸੁਣ ਸੁਣ ਸੇਵਕ ਭਏ ਪ੍ਰਸੰਨ ਕਹਿਤ ਬਾਕ ਸ੍ਰੀ ਗੁਰ ਧਨ ਧਨ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਜਿਸ ਵੇਲੇ ਇਹ ਰਹਿਮਤਾਂ ਭਰੇ ਬਚਨ ਸੁਣੇ ਨੇ, ਬਰਕਤਾਂ ਵਾਲੇ ਬੋਲ ਸੁਣੇ, ਮਨਾਂ ਦੇ ਸਾਰੇ ਸ਼ੰਕੇ ਦੂਰ ਹੋ ਗਏ, ਸੰਸ਼ੇ ਨਿਵਰਤ ਹੋ ਗਏ। ਸੇਵਕ ਸਿੱਖ ਬੜੇ ਪ੍ਰਸੰਨ ਹੋਏ ਤੇ ਕਹਿੰਦੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਤੁਸੀਂ ਮਹਾਨ ਹੋ, ਤੁਸੀਂ ਧੰਨ ਹੋ ਜੀ। ਦਿਨ ਪ੍ਰਤ ਬਸਹਿ ਆਨ ਕਰਨੈ ਨਰ ਕੁਟੰਬ ਜੁਤ ਘਰ ਗਨ ਭਏ। ਹੁਣ ਦਿਨ ਪ੍ਰਤੀ ਦਿਨ ਨਵੇਂ ਨਵੇਂ ਲੋਕ ਇੱਥੇ ਆਣ ਕੇ ਵਸ ਰਹੇ ਨੇ। ਕੋਈ ਕਿਧਰੋਂ ਚੱਲ ਕੇ ਆ ਰਿਹਾ ਹੈ, ਕੋਈ ਕਿਤੋਂ ਆ ਰਿਹਾ ਹੈ, ਪਰਿਵਾਰਾਂ ਸਮੇਤ ਇੱਥੇ ਘਰ ਬਣਾ ਕੇ
ਰਹਿਣ ਲੱਗ ਪਏ ਹਨ ਜੀ। ਖੋਲਿਓ ਬਾਜ਼ਾਰ ਹੇਤ ਵਿਵਹਾਰਾ, ਸਤਿਗੁਰ ਸਭ ਕੀ ਕਰਹਿ ਸੰਭਾਰ। ਪਿਆਰ ਇਥੇ ਬਾਜ਼ਾਰ ਖੁੱਲ ਗਏ, ਦੁਕਾਨਾਂ ਖੁੱਲ ਗਈਆਂ, ਹੱਟੀਆਂ ਪਾ ਲਈਆਂ। ਦੁਕਾਨਾਂ ਵਿੱਚ ਉਹਨਾਂ ਰਾਸ ਵੀ ਪਾ ਲਈ ਹੈ। ਜੋ ਜੋ ਕਿਸੇ ਦੀ ਕਿਰਤ, ਜੋ ਜੋ ਜਿੱਥੇ ਕੋਈ ਕਰਦਾ ਸੀ, ਉੱਥੇ ਆਣ ਕੇ ਪਿਆਰਿਓ ਕੋਈ ਸੁਨਿਆਰੇ ਦਾ ਕੰਮ ਕਰਦਾ ਹੈ, ਕੋਈ ਕੱਪੜੇ ਦੀ ਦੁਕਾਨ ਪਾਉਂਦਾ ਹੈ, ਕੋਈ ਕਰਿਆਨੇ ਦੀ ਦੁਕਾਨ ਪਾਉਂਦਾ ਹੈ, ਕੋਈ ਮਨਿਆਰੀ ਦਾ ਕਾਰੋਬਾਰ ਸ਼ੁਰੂ ਕਰਦਾ ਹੈ, ਕੋਈ ਕਢਾਈ ਦਾ, ਕੋਈ ਸਿਲਾਈ ਦਾ। ਜੋ ਜੋ ਉਹ ਕਿਰਤਕਾਰ ਕਰਦੇ ਸਨ, ਇੱਥੇ ਆਣ ਕੇ ਉਹਨਾਂ ਨੇ ਆਰੰਭ ਦਿੱਤੀ ਹੈ ਆਪਣੀ ਕਾਰ। ਤੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਸਾਰਿਆਂ ਦੀ ਸਾਰ ਲੈਂਦੇ ਨੇ, ਸਾਰਿਆਂ ਦੀ ਸੰਭਾਲ ਕਰਦੇ ਨੇ। ਜੇ ਕਿਸੇ ਨੂੰ ਘਰ ਵਿੱਚ ਪਰਿਵਾਰ ਦੇ ਵਰਤੋਂ ਕਰਨ ਦੇ ਲਈ ਕੋਈ ਸਮੱਗਰੀ ਦੀ ਲੋੜ ਹੈ, ਮਹਾਰਾਜ ਕਹਿੰਦੇ ਇਹ ਤੁਹਾਨੂੰ ਮਿਲ ਜਾਏਗੀ। ਜੇ ਕੋਈ ਆਂਦਾ ਸਤਿਗੁਰੂ ਦੁਕਾਨ ਦੇ ਵਿੱਚ ਇੰਨੀ ਕੁ ਰਾਸ ਪਾਉਣੀ ਸੀ ਪਰ ਮੇਥੋਂ ਮਾਇਆ ਘੱਟ ਹੈ, ਮਹਾਰਾਜ ਕੇ ਗੁਰੂ ਘਰੋਂ ਲੈ। ਹਰ ਤਰੀਕੇ ਨਾਲ ਸਤਿਗੁਰੂ ਜੀ ਉਹਨਾਂ ਦੀ ਸਾਰ ਲੈਂਦੇ ਨੇ, ਉਹਨਾਂ ਦੀ ਮਦਦ ਕਰਦੇ ਹਨ ਜੀ। ਕੇਤਕ ਮਾਸ ਬਤੀਤੇ ਜਬੈ, ਬੈਠੇ ਸੌਦਾ ਲੈ ਕਰ ਸਬੈ। ਜਦੋਂ ਕੁਝ ਕੁ ਮਹੀਨੇ ਇਸੇ ਤਰ੍ਹਾਂ ਬਤੀਤ ਹੋ ਗਏ, ਆਪੋ ਆਪਣੀਆਂ ਦੁਕਾਨਾਂ ਦੇ ਵਿੱਚ ਸੌਦਾ ਪਾ ਕੇ, ਰਾਸ ਪਾ ਕੇ ਦੁਕਾਨਦਾਰ ਦੁਕਾਨਾਂ ਤੇ ਬੈਠੇ ਹੋਏ ਹਨ ਜੀ। ਆਏ ਨਾ ਕੋਈ ਖਰੀਦਣ ਹਾਰਾ, ਹੋਤ ਅਲਪ ਹੀ ਕੁਛ ਵਿਵਹਾਰ। ਦਿਨ ਲੰਘੇ ਨੇ, ਮਹੀਨੇ ਲੰਘ ਗਏ। ਪਿਆਰੇ ਹੋਇਆ ਕਿ ਖਰੀਦਦਾਰ ਉਹਨੇ ਆ ਹੀ ਰਹੇ ਜਿਹਨੇ ਆਉਣੇ ਚਾਹੀਦੇ ਨੇ। ਦੁਕਾਨਾਂ ਤੇ ਪਾ ਲੀਆਂ, ਸਮਾਨ ਵੀ ਪਾ ਲਿਆ, ਰਾਸ ਵੀ ਪਾ ਲਈਏ, ਜੋ ਜੋ ਕਿਸੇ ਨੇ ਉਹ ਦੁਕਾਨਦਾਰੀ ਕਰਨੀ ਹੈ। ਪਰ ਹੋਇਆ ਕਿ ਆਏ ਨਾ ਕੋਈ ਖਰੀਦਣ ਹਾਰਾ। ਹੁਣ ਦੁਕਾਨ ਤਾਂ ਹੀ ਚੱਲੇਗੀ ਨਾ, ਅੱਗੋਂ ਖਰੀਦਣ ਹਾਰ ਵੀ ਆਉਣਗੇ। ਤੇ ਖਰੀਦਣ ਹਾਰ ਹੁਣ ਆ ਨਹੀਂ ਰਹੇ। ਕੀ ਹੋਇਆ, ਕੋਈ ਦਿਨ ਵਿੱਚ ਇੱਕ ਦਾ ਗ੍ਰਾਹਕ ਆ ਗਿਆ, ਇੱਕ ਦਾ ਕਸਟਮਰ ਆ ਗਿਆ। ਪਿਆਰ ਉਹ ਦੁਕਾਨਾਂ ਪੂਰੀਆਂ ਤਰ੍ਹਾਂ ਚੱਲ ਨਹੀਂ ਰਹੀਆਂ ਹਨ ਜੀ। ਬ੍ਰਿੰਦ ਬਣਕ ਇੱਕ ਦਿਨ ਮਿਲ ਆਏ, ਸ੍ਰੀ ਗੁਰ ਅਰਜਨ ਜਹਾਂ ਸੁਹਾਏ। ਹੁਣ ਕਾਰੋਬਾਰ ਇੰਨਾ ਚੱਲਦਾ ਨਹੀਂ, ਵਪਾਰ ਇੰਨਾ ਤੁਰਿਆ ਨਹੀਂ ਜਿੰਨਾ ਤੁਰਨਾ ਚਾਹੀਦਾ ਸੀ। ਪਿਆਰ ਉਹਨਾਂ ਨੇ ਮਹੀਨਾ ਦੇਖਿਆ, 2 ਮਹੀਨੇ ਦੇਖਿਆ, ਅਖੀਰ ਇੱਕ ਦਿਨ ਸਾਰੇ ਇਹ ਦੁਕਾਨਦਾਰ, ਇਹ ਬਾਣੀਏ ਲੋਕ ਇਕੱਠੇ ਹੋ ਕੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਸਨਮੁਖ ਜਾਂਦੇ ਹਨ ਜੀ। ਹਾਥ ਜੋਰ ਸਭਨਾ ਬਖਾਨੀ, ਸੁਣੋ ਬਿਰਤਾਂਤ ਆਪ ਸਬਦਾਨੀ। ਸਾਹਿਬ ਜੀ ਦੇ ਸਨਮੁਖ ਜਾ ਹੱਥ ਜੋੜ ਇਹਨਾਂ ਨੇ ਬੇਨਤੀ ਕੀਤੀ, ਸਾਰਾ ਬਿਰਤਾਂਤ ਸੁਣਾਇਆ। ਇਹ ਗੁਰ ਅਰਜੁਨ ਦੇਵ, ਤੁਸੀਂ ਸਾਰਿਆਂ ਦੀ ਜਾਣਨਹਾਰ ਵੀ ਹੋ, ਤੁਸੀਂ ਸਾਡੇ ਦਾਤੇ ਵੀ ਹੋ। ਤੁਹਾਡੇ ਚਰਨਾਂ ਦੇ ਵਿੱਚ ਮਹਾਰਾਜ ਬੇਨਤੀ ਕਰਨ ਆਏ ਹਾਂ ਜੀ। ਬਨਕ ਅਨੇਕ ਬਸੇ ਪੁਰਿਆਈ, ਬੈਠੇ ਕਰ ਦੁਕਾਨ ਸਮਦਾਈ। ਮਹਾਰਾਜ ਜੀਓ, ਤੁਹਾਡੇ ਕਹਿਣ ਤੇ ਇਸ ਗੁਰੂ ਕੀ ਨਗਰੀ ਦੀ ਸ਼ੋਭਾ ਸੁਣ ਕੇ, ਮਹਿਮਾ ਸੁਣ ਕੇ ਅਸੀਂ ਬਹੁਤ ਸਾਰੇ ਬਨਕ ਬਾਣੀਏ ਦੂਰੋਂ ਦੂਰੋਂ ਇਲਾਕਿਆਂ ਚੋਂ ਇੱਥੇ ਚੱਲ ਕੇ ਆਇਆ ਪਹੁੰਚੇ ਹਾਂ। ਆਪਣੇ ਅਸਾ ਪਰਿਵਾਰ ਵੀ ਲੈ ਆਂਦੇ ਨੇ, ਇੱਥੇ ਘਰਾਂ ਵਿੱਚ ਰਹਿਣਾ ਆਰੰਭ ਵੀ ਕਰ ਦਿੱਤਾ ਹੈ। ਮਹਾਰਾਜ ਦੁਕਾਨਾਂ ਵੀ ਤੁਸਾਂ ਨੇ ਬਣਾਈਆਂ ਸਨ, ਅਸਾਂ ਨੇ ਸਵਾਰ ਕੇ ਆਪਣੇ ਤਰੀਕੇ ਨਾਲ ਰਾਸ ਵੀ ਪਾ ਲਈ ਹੈ। ਸੌਦਾ ਵੀ ਦੁਕਾਨਾਂ ਦੇ ਵਿੱਚ ਅਸੀਂ ਪਾ ਲਿਆ ਹੈ। ਉਹ ਸੌਦਾ ਪਾਉਣ ਦੇ ਲਈ ਵੀ ਸਾਨੂੰ ਬਹੁਤ ਪੈਸੇ ਖਰਚਣੇ ਪਏ ਹਨ ਜੀ। ਸਰਬ ਭਾਂਤ ਕੋ ਸੌਦਾ ਲੈ ਕੇ, ਹੇਤ ਜੀਵ ਕਾ ਇੱਛਾ ਕਹਿ ਕੇ। ਮਹਾਰਾਜ ਹਰੇਕ ਪ੍ਰਕਾਰ ਦਾ ਸੌਦਾ ਲੈ ਕੇ ਆਏ ਆ, ਆਪਣੀ ਉਪਜੀਵਕਾ ਦੇ ਲਈ, ਆਪਣੇ ਪਰਿਵਾਰ ਦੇ ਜੀਵਨ ਨਿਰਵਾਹ ਦੇ ਲਈ। ਇਸ ਇੱਛਾ ਦੇ ਨਾਲ ਜੋ ਜੋ ਪਹਿਲਾਂ ਕੋਈ ਇਹ ਕਾਰ ਕਰਨੀ ਜਾਣਦਾ ਸੀ, ਕਿਰਤ ਕਰਨੀ ਜਾਣਦਾ ਸੀ, ਉਹਦੇ ਹਿਸਾਬ ਨਾਲ ਅਸਾਂ ਨੇ ਆਪੋ ਆਪਣੀਆਂ ਹੱਟੀਆਂ ਪਾ ਲਈਆਂ ਹਨ ਜੀ। ਸਗਲ ਕੁਟੰਬਦਾਰ ਹਮ ਅਹੈ, ਸਭਨ ਕੇਰ ਗੁਜ਼ਾਰੋ ਚਾਹੈ। ਤੇ ਮਹਾਰਾਜ ਫਿਰ ਸਾਰੇ ਪਰਿਵਾਰ ਸਮੇਤ ਇੱਥੇ ਆਏ ਆ। ਘਰਾਂ ਦਾ ਖਰਚਾ ਬੜਾ ਮਹਾਰਾਜ, ਪ੍ਰਸ਼ਾਦਾ ਪਾਣੀ ਵੀ ਚਲਾਉਣਾ ਹੈ ਤੇ ਗੁਜ਼ਾਰਾ ਜਿਹੜਾ ਮਹਾਰਾਜ ਅਜੇ ਔਖਾ ਹੋ ਰਿਹਾ।
ਗੁਜਰਾਨ ਮੁਸ਼ਕਲ ਦੇ ਨਾਲ ਅਸਾਂ ਦੀ ਚੱਲ ਰਹੀ ਹੈ ਜੀ। ਜਬ ਤੇ ਖੋਲੀ ਆਣ ਦੁਕਾਨ, ਬੈਠੇ ਰਹੇ ਪਰਤੀ ਖਣਵਾਨ। ਮਹਾਰਾਜ ਜਿੰਨੀ ਕੋ ਸਾਡੇ ਕੋਲ ਜਮ੍ਹਾਂ ਪੂੰਜੀ ਸੀ, ਕੁਝ ਤਾਂ ਅਸੀਂ ਆਪਣੇ ਘਰਾਂ ਦੇ ਵਿੱਚ ਪਰਿਵਾਰ ਦੇ ਰਹਿਣ ਦੇ ਲਈ ਜਿਨ੍ਹਾਂ ਵਸਤੂਆਂ ਦੀ ਲੋੜ ਸੀ ਉਹ ਲੈ ਆਂਦੀਆਂ, ਕੁਝ ਅਸਾਂ ਨੇ ਆਪਣੀਆਂ ਦੁਕਾਨਾਂ ਤਿਆਰ ਕੀਤੀਆਂ, ਰਾਸ ਪਾ ਲਈ ਹੈ। ਪਰ ਮਹਾਰਾਜ ਹੁਣ ਅਸੀਂ ਸਵੇਰੇ ਆਉਨੇ ਆ, ਆਪੋ ਆਪਣੀਆਂ ਦੁਕਾਨਾਂ ਖੋਲ ਕੇ ਬੈਠ ਜਾਂਦੇ ਆ, ਸਾਰਾ ਦਿਨ ਇੰਤਜ਼ਾਰ ਕਰਦੇ ਰਹਿੰਦੇ ਆ, ਪਰ ਗ੍ਰਾਹਕ ਕੋਈ ਨਹੀਂ ਆ ਰਿਹਾ। ਖਰੀਦਣ ਵਾਲਾ ਮਹਾਰਾਜ ਸਾਡੀਆਂ ਦੁਕਾਨਾਂ ਤੇ ਕੋਈ ਨਹੀਂ ਆ ਰਿਹਾ ਹੈ, ਸੌਦਾ ਲੈਣ ਵਾਲਾ ਕੋਈ ਨਹੀਂ ਆ ਰਿਹਾ ਹੈ ਜੀ। ਨਹੀਂ ਖਰੀਦ ਕਰਨ ਕੋ ਆਵੈ, ਸੌਦਾ ਅਲਪ ਕਬਹੂ ਬਿਕ ਜਾਵੈ। ਮਹਾਰਾਜ ਕੀ ਹੈ, ਜੇ ਕਿਧਰੇ ਸਾਰੇ ਦਿਨ ਦੇ ਵਿੱਚ ਇੱਕ ਜਾਂ ਦੋ ਗ੍ਰਾਹਕ ਆ ਗਏ, ਥੋੜਾ ਬਹੁਤਾ ਸੌਦਾ ਲੈ ਵੀ ਗਏ, ਮਹਾਰਾਜ ਇਹਦੇ ਨਾਲ ਇਹ ਸਿਲਸਿਲਾ ਚੱਲਦਾ ਨਹੀਂ ਪਿਆ। ਇਹ ਕਿਵੇਂ ਗੁਜ਼ਾਰਾ ਹੋਵੇਗਾ ਮਹਾਰਾਜ, ਕਿਵੇਂ ਨਿਰਬਾਹ ਆਪਾਂ ਕਰਾਂਗੇ ਜੀ। ਜਾਂ ਤੇ ਨਹਿ ਪਰਵਾਰ ਗੁਜ਼ਾਰਾ, ਜਿਹ ਤੇ ਸਭ ਕੋ ਬਨੇ ਆਹਾਰ। ਇਹਨੇ ਕੋ ਜੇ ਦੁਕਾਨ ਤੇ ਗ੍ਰਾਹਕ ਆਉਣਗੇ, ਜੇ ਇਹਨਾਂ ਕੋ ਰੋਜ਼ ਅਸਾਂ ਦਾ ਸੌਦਾ ਵਿਕੇਗਾ ਤੇ ਮਹਾਰਾਜ ਜੇ ਸਾਡੀ ਮਾਇਆ ਲੱਗੀ ਹੈ, ਫਿਰ ਉਹ ਵੀ ਖਰਚਾ ਪੂਰਾ ਨਹੀਂ ਹੋਣਾ। ਘਰ ਦਾ ਖਰਚਾ ਅਸੀਂ ਕਿਵੇਂ ਚਲਾਵਾਂਗੇ, ਕਿਵੇਂ ਗੁਜ਼ਾਰਾ ਕਰਾਂਗੇ? ਸਾਰੇ ਪਰਿਵਾਰ ਨੂੰ ਤੇ ਸਤਿਗੁਰੂ ਫਿਰ ਰੱਜ ਕੇ ਆਹਾਰ ਵੀ ਨਹੀਂ ਮਿਲਣਾ, ਪ੍ਰਸ਼ਾਦਾ ਪਾਣੀ ਵੀ ਨਹੀਂ ਮਿਲੇਗਾ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਜੀ। ਪਟ ਪਹਿਰਨ ਕੋ ਖਰਚ ਮਹਾਨਾ, ਵਿਆਹ ਆਦ ਉਤ ਸਭ ਜੇ ਨਾਨਾ। ਤੇ ਦਾਤਾ ਜੀ ਆਪ ਜੀ ਜਾਣਦੇ ਹੋ ਕਿ ਜਿਹੜੇ ਗ੍ਰਸਤੀ ਨੇ ਮਹਾਰਾਜ, ਉਹਨਾਂ ਦੇ ਖਰਚੇ ਕਿੰਨੇ ਨੇ। ਘਰੇ ਜਿੱਥੇ ਖਾਣ ਨੂੰ ਅਨਾਜ ਚਾਹੀਦਾ ਏ, ਪਰਿਵਾਰ ਨੂੰ ਪਹਿਨਣ ਦੇ ਲਈ ਮੌਸਮ ਦੇ ਅਨੁਸਾਰ ਬਸਤਰ ਵੀ ਚਾਹੀਦੇ ਨੇ, ਸਤਿਗੁਰ ਫਿਰ ਰਿਸ਼ਤੇਦਾਰੀਆਂ ਵੀ ਨੇ। ਘਰ ਦੇ ਅੰਦਰ ਕੋਈ ਵਿਆਹ ਆ ਜਾਂਦਾ ਏ, ਘਰ ਦੇ ਅੰਦਰ ਕੋਈ ਘਰ ਦਾ ਜੀ ਬਿਮਾਰ ਹੋ ਜਾਂਦਾ ਹੈ ਮਹਾਰਾਜ, ਉਹਦੇ ਲਈ ਤੇ ਫਿਰ ਇਹ ਮਾਇਆ ਚਾਹੀਦੀ ਹੈ ਨਾ, ਉਹਦੇ ਲਈ ਤੇ ਇਹ ਪੈਸਾ ਚਾਹੀਦਾ, ਪਰ ਉਹ ਆ ਨਹੀਂ ਰਿਹਾ। ਇਹ ਬੜੇ ਪਿਆਰੇ ਬੋਲ ਮੈਨੂੰ ਕਿਸੇ ਨੇ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਉਹਨਾਂ ਦੇ ਸੁਣਾਏ ਕਿ ਬਾਬਾ ਆਨੰਦ ਸਿੰਘ ਜੀ ਉਹ ਕਹਿੰਦੇ ਸਨ ਕਿ ਜਿਹੜਾ ਗ੍ਰਸਤੀ ਹੈ ਉਹਨੂੰ ਮਾਇਆ ਦੀ ਲੋੜ ਹੈ, ਗੁਜ਼ਾਰਾ ਨਹੀਂ। ਪਰ ਉਹਨਾਂ ਦੇ ਬਚਨ ਉਹ ਕਹਿੰਦੇ ਨੇ ਕਿ ਜਿਸ ਗ੍ਰਸਤੀ ਦੇ ਕੋਲ ਟਕੇ ਨਹੀਂ, ਉਹ ਗ੍ਰਸਤੀ ਵੀ ਟਕੇਦਾ ਨਹੀਂ, ਤੇ ਜਿਹੜੇ ਫਕੀਰ ਦੇ ਕੋਲ ਟਕੇ ਨੇ, ਉਹ ਫਕੀਰ ਵੀ ਟਕੇਦਾ ਨਹੀਂ। ਕਮਾਲ ਦੀ ਬਾਤ। ਉਹ ਕਹਿੰਦੇ ਹੈ ਕੋਈ ਦਰਵੇਸ਼ ਹੈ, ਉਹਦਾ ਕਹਿੰਦਾ ਮੈਂ ਸੰਤ ਆ, ਮੈਂ ਸਾਧ ਆ, ਮੈਂ ਬ੍ਰਹਮ ਗਿਆਨੀ ਆ, ਪਰ ਕਹਿਣ ਲੱਗੇ ਉਹਦਾ ਕਹਿੰਦਾ ਮੈਂ ਦਰਵੇਸ਼ ਆ, ਫਕੀਰ ਆ, ਤੇ ਕਹਿਣ ਲੱਗੇ ਮਾਇਆ ਨੂੰ ਜਬ ਜਫੇ ਮਾਰੀ ਜਾਂਦਾ ਹੈ। ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਕਿ ਜਿਹੜਾ ਫਕੀਰ ਹੋ ਕੇ ਦਰਵੇਸ਼ ਵੀ ਆਪਣੇ ਆਪ ਨੂੰ ਕਹਾਉਂਦਾ ਹੈ, ਮਾਇਆ ਨੂੰ ਜਫੇ ਮਾਰਦਾ ਹੈ, ਕਹਿੰਦੇ ਉਹ ਫਕੀਰ ਵੀ ਟਕੇ ਦਾ ਨਹੀਂ ਹੈ। ਪਰ ਜਿਹੜਾ ਗ੍ਰਸਤੀ ਉਹਨੂੰ ਲੋੜ ਹੈ ਟਕਿਆਂ ਦੀ, ਜੇ ਗ੍ਰਸਤੀ ਕੋਲ ਟਕੇ ਨੇ, ਉਹ ਗ੍ਰਸਤੀ ਵੀ ਟਕੇ ਦਾ ਨਹੀਂ ਹੈ। ਗ੍ਰਸਤੀ ਨੂੰ ਟਕਿਆਂ ਦੀ ਲੋੜ ਹੈ, ਉਹਦੇ ਬੱਚੇ ਨੇ, ਪਰਿਵਾਰ ਹੈ। ਇਹੀ ਗੱਲ ਇਹ ਕਹਿ ਰਹੇ ਨੇ ਮਹਾਰਾਜ ਕਿ ਘਰ ਦਾ ਖਰਚਾ ਕਿਵੇਂ ਚੱਲੇਗਾ। ਦੋ ਵਕਤ ਦਾ ਪ੍ਰਸ਼ਾਦਾ ਵੀ ਚਾਹੀਦਾ ਏ, ਮੌਸਮ ਅਨੁਸਾਰ ਬਸਤਰ ਵੀ ਚਾਹੀਦੇ ਨੇ, ਫਿਰ ਸਾਡੇ ਬੱਚੇ ਨੇ, ਕੋਈ ਬੱਚਾ ਜਵਾਨ, ਉਹਦਾ ਵਿਆਹ ਵੀ ਕਰਨਾ ਹੈ, ਰਿਸ਼ਤੇਦਾਰੀ ਵਿੱਚ ਕਿਧਰੇ ਜਾਣਾ ਪੈਂਦਾ ਹੈ, ਘਰ ਵਿੱਚ ਕੋਈ ਹੋਰ ਦੁੱਖ ਸੁੱਖ ਬਣ ਜਾਂਦਾ ਹੈ, ਕੋਈ ਘਰ ਦਾ ਜੀ ਬਿਮਾਰ ਹੋ ਜਾਂਦਾ, ਉਹਦਾ ਦਵਾ ਦਵਾਰੂ ਵੀ ਲੈ ਕੇ ਆਉਣਾ। ਸਤਿਗੁਰੂ ਇਸ ਹਿਸਾਬ ਨਾਲ ਬੜੀ ਮੁਸ਼ਕਲ ਬਣ ਜਾਵੇਗੀ ਜੀ। ਕਰਿਓ ਚਾਹੇ ਹਮ ਬਸ ਕਰ ਜਬੈ, ਇਤੋ ਬਣਜ ਹੋਤ ਨਹਿ ਅਬੈ। ਹਜ਼ੂਰ ਜੀ ਗੱਲ ਏਦਾਂ ਵੀ ਇੱਥੇ ਰਹਿ ਕੇ, ਇੱਥੇ ਵਸ ਕੇ ਜਿੰਨਾ ਵਪਾਰ ਅਸੀਂ ਚਾਹੁੰਦੇ ਸੀ ਨਾ ਵੀ ਹੋਵੇਗਾ, ਵੀ ਸਾਡਾ ਕਾਰੋਬਾਰ ਚੱਲੇਗਾ, ਉਹਨਾਂ ਚੱਲ ਨਹੀਂ ਰਿਹਾ, ਉਹਨਾਂ ਵਪਾਰ ਹੋ ਨਹੀਂ ਰਿਹਾ। ਉਹ ਨਹੀਂ ਸਾਡੀ ਆਮਦਨ ਤੱਕ ਹੀ ਹੋਣੀ ਹੈ ਕਿ ਜਿਹੜੀ ਅਸੀਂ ਮਾਇਆ ਕੋਲੋਂ ਲਗਾਈ ਹੈ, ਅਜੇ ਉਹ ਵੀ ਪੂਰੀ ਨਹੀਂ ਹੋ ਰਹੀ ਹੈ ਜੀ। ਨਹੀਂ ਜੀਵ ਕਉ ਅਪਰ ਵਿਧਾਨਾ, ਬਨਹਿ ਨ ਅਪਰ ਕਾਰਜੇ ਨਾਨਾ। ਤੇ ਦਾਤਾ ਜੀ ਸਾਡੇ ਸਾਹਮਣੇ ਹੁਣ ਹੋਰ ਕੋਈ ਸਾਧਨ ਵੀ ਨਹੀਂ ਹੈ, ਹੋਰ ਕੋਈ ਕਾਰ ਵਿਹਾਰ ਆਪਾਂ ਕਰ ਵੀ ਨਹੀਂ ਸਕਦੇ। ਦੁਕਾਨਦਾਰਾਂ ਦੁਕਾਨਾਂ ਹੀ ਆਪਾਂ ਕਰ ਸਕਨੇ ਆ,
ਹੋਰ ਜਿਹੜੀ ਕਿਰਤ ਹੈ ਮਹਾਰਾਜ ਉਹ ਅਸੀਂ ਹੁਣ ਕਿਸੇ ਪਾਸੇ ਜਾ ਕੇ ਨਹੀਂ ਕਰ ਸਕਦੇ ਹਾਂ ਜੀ। ਤੁਮ ਅੰਤਰ ਜਾਮੀ ਸਭ ਜਾਨੋ, ਕਰੇ ਬਸਾਵਨ ਪਾਲਨ ਠਾਨੋ। ਤੁਸੀਂ ਅੰਤਰਜਾਮੀ ਹੋ ਮਹਾਰਾਜ, ਬਾਕੀ ਸਭ ਜਾਣਦੇ ਹੀ ਹੋ। ਅਨਬੋਲਤ ਜਾਨੋ ਸਭ ਹਾਲ, ਸਾਡੇ ਬੋਲਣ ਤੋਂ ਬਿਨਾਂ ਵੀ ਤੁਸੀਂ ਸਾਡਾ ਸਭ ਹਾਲ ਜਾਣਦੇ ਹੋ। ਸਤਿਗੁਰੂ ਜੀ ਬੇਨਤੀ ਹੈ ਕਿ ਤੁਹਾਡੇ ਕਹਿਣ ਤੇ, ਤੁਹਾਡੇ ਚਰਨਾਂ ਨਾਲ ਪ੍ਰੀਤ ਹੋਣ ਕਰਕੇ ਆਪਾਂ ਗੁਰੂ ਕੇ ਨਗਰੀ ਵਿੱਚ ਰਹਿਣਾ ਚਾਹੁੰਦੇ ਆ, ਵਸਣਾ ਚਾਹੁੰਦੇ ਆ ਮਹਾਰਾਜ। ਪਰ ਇਹ ਕਿਰਪਾ ਕਰੋ, ਪਾਲਣ ਕਰੋ, ਪਾਲਣ ਠਾਨੋ। ਹੁਣ ਸਾਡੇ ਇੱਥੇ ਪਾਲਣ ਦਾ ਪ੍ਰਬੰਧ ਵੀ ਕਰੋ, ਕਾਰੋਬਾਰ ਚੱਲ ਜਾਣ, ਸਾਡੀ ਕਿਰਤ ਚੱਲ ਪਏ ਮਹਾਰਾਜ। ਹੁਣ ਇਹ ਕਿਰਪਾ ਕਰੋ, ਅਸੀਂ ਹੁਣ ਪੱਕੇ ਤੌਰ ਤੇ ਇੱਥੇ ਰਹੀਏ, ਸਾਨੂੰ ਕਿਧਰੇ ਹੋਰ ਨਾ ਜਾਣਾ ਪਵੇ ਜੀ। ਅਪਰ ਨ ਕੋ ਮਾਲਕ ਹਮਰੋ, ਬਸੇ ਆਸਰਾ ਲੈ ਕਰ ਤੁਮਰੋ। ਤੇ ਦਾਤਾ ਜੀ ਤੁਹਾਡੇ ਤੋਂ ਬਿਨਾ ਸਾਡਾ ਹੋਰ ਕੋਈ ਮਾਲਕ ਵੀ ਨਹੀਂ ਹੈ। ਤੁਹਾਡੇ ਤੋਂ ਬਿਨਾ ਮਹਾਰਾਜ ਹੋਰ ਕੋਈ ਸਹਾਰਾ ਵੀ ਨਹੀਂ ਹੈ। ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਨ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਮਾਲਕ ਜੀ ਸਾਡਾ ਆਸਰਾ ਤੁਸੀਂ ਹੋ, ਸਹਾਰਾ ਤੁਸੀਂ ਹੋ, ਸਾਡੇ ਮਾਲਕ ਤੁਸੀਂ ਹੋ। ਬਸ ਇਵੇਂ ਕਹਿ ਲਈਏ। ਇਹਨਾਂ ਨੇ ਇਵੇਂ ਫਰਿਆਦ ਕੀਤੀ ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ, ਇਹ ਸਿੱਖ ਇਹ ਬਾਣੀ ਆਣ ਕੇ ਆਖਦੇ ਨੇ ਕਿ ਮੈਂ ਤਾਣ ਦੀਵਾਨ ਤੂੰ ਹੈ ਮੇਰਾ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਸਤਿਗੁਰੂ ਸਾਡਾ ਦੁੱਖ ਸੁਖ ਤੁਹਾਡੇ ਕੋਲ ਹੀ ਹੈ, ਤੁਹਾਨੂੰ ਸੁਣਾ ਰਹੇ ਹਾਂ, ਤੁਸੀਂ ਜਾਣਦੇ ਹੋ। ਤੁਹਾਡੇ ਤੋਂ ਬਿਨਾਂ ਹੁਣ ਸਾਨੂੰ ਹੋਰ ਕੋਈ ਟੇਕ ਨਹੀਂ ਹੈ ਜੀ। ਪ੍ਰਤਪਾਲਕ ਸਭ ਜਾ ਕੇ ਆਹੋ, ਫੁਰਹਿ ਆਵ ਕੋ ਬਚਨ ਜਮ ਕਹੋ। ਤੇ ਆਪ ਜੀ ਤਾਂ ਸਾਰੇ ਜਗਤ ਪਾਲਕ ਹੋ, ਸਾਰੇ ਜੀਵਾਂ ਨੂੰ ਰਿਜ਼ਕ ਦੇਣ ਵਾਲੇ ਹੋ। ਤੇ ਜੋ ਆਪ ਜੀ ਆਪਣੇ ਮੁਖ ਤੋਂ ਕਹਿ ਦਿੰਦੇ ਹੋ, ਤੁਹਾਡੇ ਕਹੇ ਹੋਏ ਬਚਨ ਸੱਤ ਹੋ ਜਾਂਦੇ ਨੇ। ਫੁਰਹਿ ਆਪ ਕੋ ਬਚ ਜਿਮ ਕਹੋ, ਜਿਵੇਂ ਤੁਸੀਂ ਆਪਣੇ ਮੁਖ ਤੋਂ ਕਹਿ ਦਿੰਦੇ ਹੋ, ਤੁਹਾਡੇ ਕਹੇ ਹੋਏ ਬਚਨ ਅਟਲ ਨੇ। ਤੁਹਾਡੇ ਕਹੇ ਹੋਏ ਜਿਹੜੇ ਬਚਨ ਨੇ ਉਹ ਕਦੇ ਅਸਫਲ ਨਹੀਂ ਹੁੰਦੇ ਹਨ ਜੀ। ਸ੍ਰੀ ਅਰਜਨ ਸੁਣ ਕਰ ਸਭ ਬੇਨਤੀ, ਬਿਕਸਤ ਭਨਿਓ ਤਜੋ ਵਸ ਗਿਣਤੀ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਉਹਨਾਂ ਦੀ ਬੇਨਤੀ ਬੜੇ ਧਿਆਨ ਨਾਲ ਸੁਣੀ, ਕਿਉਂਕਿ ਉਹਨਾਂ ਨੇ ਸੁਣਾਈ ਵੀ ਇਸੇ ਕਰਕੇ ਨਾ ਕਿ ਦੇ ਕੰਨ ਸੁਣੋ ਅਰਦਾਸ ਜੀਓ। ਮਹਾਰਾਜ ਸਾਡੀ ਅਰਦਾਸ ਧਿਆਨ ਨਾਲ ਸੁਣੋ, ਸਾਡੀ ਗੱਲ ਧਿਆਨ ਨਾਲ ਸੁਣੋ। ਤੇ ਸਾਹਿਬ ਨੇ ਸੁਣੀ ਧਿਆਨ ਦੇ ਨਾਲ ਉਹਨਾਂ ਦੀ ਬੇਨਤੀ, ਤੇ ਮਹਾਰਾਜ ਫਿਰ ਹੱਸ ਪਏ। ਉਹਨਾਂ ਦੀਆਂ ਗੱਲਾਂ ਸੁਣ ਕੇ ਸਤਿਗੁਰੂ ਜੀ ਮੁਸਕਰਾਏ ਨੇ, ਤੇ ਮੁਸਕਰਾ ਕੇ ਸਤਿਗੁਰੂ ਜੀ ਨੇ ਫਿਰ ਆਖਿਆ ਤਾਂ ਜੋ ਅਸ ਗਿਣਤੀ। ਮਹਾਰਾਜ ਕਹਿੰਦੇ ਗਿਣਤੀ ਮਿਣਤੀ ਛੱਡ ਦਿਓ, ਚਿੰਤਾ ਛੱਡ ਦਿਓ, ਇਹ ਤੁਸੀਂ ਹੁਣ ਫਿਕਰ ਨਾ ਕਰੋ ਜੀ। ਕਰੋ ਆਜ ਤੇ ਐਸੀ ਕਾਰ, ਜਿਹ ਤੇ ਵਧ ਹੈ ਅਦਕ ਵਿਵਹਾਰ। ਮਹਾਰਾਜ ਕਹਿੰਦੇ ਅੱਜ ਤੋਂ ਤੁਸੀਂ ਆਪਣਾ ਇੱਕ ਨੇਮ ਬਣਾ ਲਓ। ਤੁਸਾਂ ਨੇ ਹੁਣ ਐਸੀ ਕਾਰ ਕਰਨੀ ਹੈ, ਜੇਕਰ ਉਹ ਕਰੋਗੇ ਤੇ ਵੇਖਿਓ ਤੁਹਾਡਾ ਕਾਰੋਬਾਰ ਕਿਵੇਂ ਵੱਧਦਾ ਹੈ, ਤੁਹਾਡੇ ਵਪਾਰ ਵਿੱਚ ਕਿਵੇਂ ਬਰਕਤਾਂ ਪੈਂਦੀਆਂ ਨੇ, ਤੁਸੀਂ ਆਪਣੀ ਕਿਰਤ ਵਿੱਚ ਕਿਵੇਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੇ ਹੋ। ਮਹਾਰਾਜ ਕਹਿੰਦੇ ਬਸ ਹੁਣ ਮੈਂ ਤੁਹਾਨੂੰ ਜੁਗਤ ਸਮਝਾਉਣ ਲੱਗਿਆ ਵਾਂ, ਤੁਸਾਂ ਨੇ ਉਵੇਂ ਕਰਨਾ ਹੈ ਜੀ। ਉਠੋ ਭੋਰ ਕਰ ਸੋਚ ਇਸ਼ਨਾਨ, ਗੁਰਬਾਣੀ ਸੋ ਕੀਜੈ ਧਿਆਨ। ਇਹ ਕਹਿਣ ਲੱਗੇ ਮਹਾਰਾਜ ਜੋ ਤੁਹਾਡਾ ਹੁਕਮ ਹੋਏਗਾ ਅਸੀਂ ਕਰਨ ਨੂੰ ਤਿਆਰ ਹਾਂ, ਤੁਹਾਡੇ ਬਚਨ ਮੰਨਾਂਗੇ। ਸਤਿਗੁਰ ਕਹਿੰਦੇ ਫਿਰ ਐ ਆਪਣਾ ਨੇਮ ਬਣਾਓ, ਉਠੋ ਭੋਰ ਕਰ ਸੋਚ ਇਸ਼ਨਾਨ। ਮਹਾਰਾਜ ਕਹਿੰਦੇ ਸਵੇਰੇ ਸਵਖਤੇ ਉੱਠ ਕੇ ਤੇ ਪਹਿਲਾਂ ਤੁਸਾਂ ਨੇ ਇਸ਼ਨਾਨ ਕਰਨਾ ਹੈ। ਇਹ ਹੁਣ ਨੇਮ ਮਹਾਰਾਜ ਕਹਿੰਦੇ ਬਣਾਓ ਆਪਣਾ। ਤੇ ਬੇਨਤੀ ਕਰਾਂ ਇਹ ਕੇਵਲ ਉਹਨਾਂ ਸਿੱਖਾਂ ਵਾਸਤੇ ਜਾਂ ਉਹਨਾਂ ਦੇ ਲਈ ਨਹੀਂ ਜਿਹੜੇ ਉਸ ਵੇਲੇ ਸਨ। ਇਹ ਉਪਦੇਸ਼ ਗੁਰੂ ਮਹਾਰਾਜ ਦਾ ਅੱਜ ਵੀ ਸਾਡੇ ਵਾਸਤੇ ਹੈ, ਸਾਡੇ ਸਾਰਿਆਂ ਦੇ ਲਈ ਹੈ ਜੀ। ਹਜ਼ੂਰ ਜੀ ਕਹਿਣ ਲੱਗੇ ਕਿ ਵੇਖੋ ਆਪਣਾ ਨੇਮ ਇਹ ਨਿਭਾਓ, ਬਣਾਓ। ਉਠੋ ਭੋਰ ਕਰ ਸੋਚ ਇਸ਼ਨਾਨ। ਇੱਕ ਤਾਂ ਸਵੇਰੇ ਸਵਖਤ ਤੇ ਅੰਮ੍ਰਿਤ ਵੇਲੇ ਮਹਾਰਾਜ ਕਹਿੰਦੇ ਉਠੋ, ਉੱਠ ਕੇ ਇਸ਼ਨਾਨ ਕਰਨਾ ਹੈ।
ਫਿਰ ਗੁਰਬਾਣੀ ਸੋ ਕੀਜੈ ਧਿਆਨ, ਫਿਰ ਤੁਸਾਂ ਨੇ ਗੁਰਬਾਣੀ ਦਾ ਧਿਆਨ ਧਰਨਾ, ਭਾਵ ਆਪਣਾ ਨਿਤਨੇਮ ਕਰਨਾ ਅੰਮ੍ਰਿਤ ਵੇਲੇ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਫਿਰ ਉਹ ਕਿਤਨੀ ਸਾਰੀ ਉਹਨਾਂ ਨੇ ਸਾਡੀ ਜੋ ਇੱਕ ਦਿਨ ਦੀ ਸਿੱਖ ਦੀ ਰਹਿਣੀ ਬਹਿਣੀ ਹੈ ਨਾ ਸਾਰੀ ਉਹਨਾਂ ਦੱਸੀ ਹੈ ਜੀ। ਉਹ ਕਹਿੰਦੇ ਨੇ ਗੁਰਸਿੱਖ ਭਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਮੰਦਾ। ਗੁਰਸਿੱਖ ਪਹਿਲੀ ਗੱਲ ਅੰਮ੍ਰਿਤ ਵੇਲੇ ਉੱਠ ਕੇ ਤੇ ਇਸ਼ਨਾਨ ਕਰਦਾ ਹੈ ਜੀ। ਉਹ ਦਿਨ ਵਿੱਚ ਗੁਰਸਿੱਖ ਨੇ ਕਰਨਾ ਕੀ ਹੈ, ਉਹਦੀ ਰਹਿਣੀ ਬਹਿਣੀ ਕੈਸੀ ਹੈ, ਉਹਦੀ ਮਰਿਆਦਾ ਕੀ ਹੈ ਜੀ। ਗੁਰਸਿੱਖ ਭਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਵਾਉਂਦਾ, ਅੰਮ੍ਰਿਤ ਵੇਲੇ ਇਸ਼ਨਾਨ ਕਰਦਾ। ਗੁਰ ਕੈ ਬਚਨ ਉਚਾਰ ਕੇ ਧਰਮਸ਼ਾਲਾ ਦੀ ਸੁਰਤ ਕਰਨ ਦਾ ਇਸ਼ਨਾਨ ਕਰਕੇ ਫਿਰ ਉਹ ਆਪਣਾ ਨਿਤਨੇਮ ਕਰਦਾ। ਜਿਹੜਾ ਅੰਮ੍ਰਿਤਧਾਰੀ ਗੁਰੂ ਕਾ ਸਿੱਖ ਹੈ ਉਸਨੇ ਪੰਜਾਂ ਬਾਣੀਆਂ ਦਾ ਨਿਤ ਤੇ ਲਾਜ਼ਮੀ ਕਰਨਾ ਹੀ ਕਰਨਾ ਹੈ। ਤੇ ਪਿਆਰ ਇਹਦੇ ਤੋਂ ਇਲਾਵਾ ਪਿਆਰੋ ਕਈ ਐਸੇ ਨੇ ਗੁਰੂ ਕੇ ਸਿੱਖ ਸੁਖਮਨੀ ਸਾਹਿਬ ਜੀ ਦਾ ਵੀ ਨਿਤਨੇਮ ਕਰਦੇ ਨੇ, ਰਾਮ ਕਲੀ ਕੀ ਵਾਰ ਹੈ, ਬਸੰਤ ਕੀ ਵਾਰ ਹੈ। ਪਿਆਰਿਓ ਕੋਈ ਹੋਰ ਬਾਣੀਆਂ ਵੀ ਉਹਨਾਂ ਨੇ ਆਪਣੇ ਨਿਤਨੇਮ ਵਿੱਚ ਸ਼ਾਮਲ ਕੀਤੀਆਂ ਨੇ। ਤੇ ਜਿੰਨੀ ਬਾਣੀ ਵੱਧ ਪੜੀ ਜਾਏਗੀ, ਜਿੰਨਾ ਨਿਤਨੇਮ ਵੱਧ ਹੋਵੇਗਾ, ਇਹ ਤੇ ਓਨੀ ਕਿਰਪਾ ਹੋਏਗੀ ਜੀ, ਓਨੀ ਮਾਲਕ ਦੀ ਮਿਹਰ ਮਿਲੇਗੀ। ਜਿੰਨੀ ਵੱਧ ਬਾਣੀ ਦਾ ਜਾਪ ਹੋਏਗਾ। ਕਈਆਂ ਨੇ ਸਹਿਜ ਪਾਠ ਆਰੰਭ ਕੀਤੇ ਨੇ ਪਿਆਰਿਓ, ਉਹ ਵੀ ਕੋਈ ਰੋਜ਼ ਦੇ 10 ਅੰਕ ਕਰਦਾ, ਕੋਈ 20 ਅੰਕ ਕਰਦਾ, ਬੜੀ ਚੰਗੀ ਗੱਲ ਹੈ। ਜਿੰਨਾ ਨਿਤਨੇਮ ਵਧਾਵਾਂਗੇ ਓਨੀ ਗੁਰੂ ਦੀ ਕਿਰਪਾ ਵੱਧ ਮਿਲੇਗੀ। ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਜਾਗਦਾ, ਉੱਠਦਾ, ਇਸ਼ਨਾਨ ਕਰਦਾ। ਇਸ਼ਨਾਨ ਕਰਨ ਤੋਂ ਬਾਅਦ ਗੁਰ ਕੈ ਬਚਨ ਉਚਾਰ ਕੇ ਪਹਿਲਾਂ ਤੇ ਆਪਣੇ ਘਰੇ ਗੁਰੂ ਗੁਰੂ ਜਪਦਾ, ਨਿਤਨੇਮ ਕਰਦਾ। ਜੇ ਨਹੀਂ ਕਰਨਾ ਆਉਂਦਾ ਤੇ ਸੁਣਦਾ, ਜੇ ਸੁਣਦਾ ਵੀ ਸਾਧਨ ਨਹੀਂ ਤੇ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਦਾ। ਕਹਿਣ ਲੱਗੇ ਫਿਰ ਗੁਰ ਕੈ ਬਚਨ ਉਚਾਰ ਕੇ ਧਰਮਸ਼ਾਲਾ ਦੀ ਸੁਰਤ ਕਰਨ ਦਾ। ਪਰ ਧਰਮਸ਼ਾਲਾ ਸਾਧ ਸੰਗਤ ਵਿੱਚ ਆ ਜਾਂਦਾ, ਫਿਰ ਗੁਰਦੁਆਰੇ ਆ ਜਾਂਦਾ। ਕਹਿਣ ਲੱਗੇ ਨੇ ਕਿ ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਸਤ ਸੰਗ ਵਿੱਚ ਆਣ ਕੇ ਕੀ ਕਰਦਾ ਇੱਥੇ ਫਿਰ ਪਿਆਰਿਓ, ਜੇ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਪਏ ਨੇ, ਸਹਿਜ ਪਾਠ ਚੱਲਦੇ ਪਏ ਨੇ, ਕੀਰਤਨ ਚੱਲਦਾ ਪਿਆ, ਕਥਾ ਚੱਲਦੀ ਪਈ ਏ, ਇੱਥੇ ਆਣ ਕੇ ਗੁਰੂ ਕਾ ਸਿੱਖ ਸੰਗਤ ਵਿੱਚ ਬੈਠ ਕੇ ਫਿਰ ਗੁਰਬਾਣੀ ਸੁਣਦਾ ਪਿਆਰ ਦੇ ਨਾਲ। ਇਹ ਨਿਤ ਦਾ ਨੇਮ ਹੈ ਸਾਡਾ ਜੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਫਿਰ ਬੇਨਤੀ ਕਰਾਂ ਕਿ ਚਲੋ ਚੰਗੀ ਗੱਲ ਹੈ ਜੀ, ਹੁਣ ਕੋਈ ਟੀਵੀ ਮਾਧਿਅਮ ਦੇ ਦੁਆਰਾ, ਕੋਈ ਫੇਸਬੁੱਕ ਦੇ ਦੁਆਰਾ, ਕੋਈ ਰੇਡੀਓ ਮਾਧਿਅਮ ਦੇ ਦੁਆਰਾ ਘਰ ਬੈਠਾ ਵੀ ਗੁਰਬਾਣੀ ਸੁਣਦਾ, ਚੰਗੀ ਗੱਲ ਹੈ, ਸੁਣਨੀ ਚਾਹੀਦੀ ਹੈ। ਪਰ ਬੇਨਤੀ ਕਰਾਂ ਗੁਰੂ ਕੇ ਸਿੱਖਾ, ਗੁਰੂ ਘਰ ਵੀ ਰੋਜ਼ ਆ, ਸਤਿਗੁਰ ਦੇ ਦਰਸ਼ਨ ਇੱਕ ਵਾਰੀ ਤੋਂ ਜ਼ਰੂਰ ਕਰਨੇ, ਜ਼ਰੂਰ ਕਰਨੇ। ਠੀਕ ਹੈ ਘਰ ਬੈਠਾ ਤੂੰ ਬਾਣੀ ਸੁਣ, ਚੰਗੀ ਗੱਲ ਹੈ ਸੁਣ, ਪਰ ਸਤ ਸੰਗਤ ਨਹੀਂ ਨਾ ਤੇਰੇ ਘਰ ਬਣ ਜਾਣਾ। ਸਤ ਸੰਗਤ ਵਿੱਚ ਆਉਣਾ ਵੀ ਜ਼ਰੂਰੀ ਹੈ, ਗੁਰੂ ਦੇ ਆਣ ਕੇ ਦੀਦਾਰ ਕਰਨੇ ਵੀ ਜ਼ਰੂਰੀ ਨੇ। ਬੜੀ ਚੰਗੀ ਗੱਲ ਹੈ। ਹੁਣ ਠੀਕ ਹੈ ਤੂੰ ਉੱਥੇ ਘਰੇ ਬੈਠਾ ਬਾਣੀ ਸੁਣਨਾ, ਸੁਣ, ਨਹੀਂ ਆ ਸਕਦਾ, ਦੂਰ ਹੈ ਜਾਂ ਸਰੀਰਕ ਤੌਰ ਤੇ ਨਹੀਂ ਚਲਿਆ ਜਾਂਦਾ, ਬੜੀ ਚੰਗੀ ਗੱਲ ਹੈ। ਪਰ ਜਿਹੜੇ ਚੱਲ ਸਕਦੇ ਨੇ, ਜਿਨ੍ਹਾਂ ਕੋਲ ਸਮਾਂ ਜ਼ਰੂਰ ਆਓ ਪਿਆਰਿਓ, ਬਾਣੀ ਤਾਂ ਉੱਥੇ ਸੁਣ ਲਵਾਂਗੇ, ਪਰ ਜਦੋਂ ਆ ਹੁਣ ਭੋਗ ਪੈਣਾ, ਦੇਗ ਵਰਤਾਈ ਜਾਣੀ ਹੈ, ਜਿਹੜੇ ਘਰ ਬੈਠੇ ਦੇਗ ਤੇ ਉਹਨਾਂ ਨੂੰ ਨਹੀਂ ਨਾ ਮਿਲ ਜਾਣੀ, ਉਹ ਜਿਹੜੇ ਇੱਥੇ ਬੈਠੇ ਦੇਗ ਉਹਨਾਂ ਨੂੰ ਮਿਲਣੀ ਹੈ, ਪ੍ਰਸਾਦ ਉਹਨਾਂ ਨੂੰ ਮਿਲਣਾ, ਕਿਰਪਾ ਉਹਨਾਂ ਨੂੰ ਮਿਲਣੀ ਹੈ ਜੀ। ਮੇਰੀ ਬੇਨਤੀ ਹੈ ਇਹ ਚਲੋ ਇਹ ਸਹੂਲਤ ਬੜੀ ਹੈ ਸਾਨੂੰ ਮਿਲੀ ਹੈ, ਪਰ ਇਹਦੇ ਨਾਲ ਨੁਕਸਾਨ ਇਹ ਹੋ ਰਿਹਾ ਹੈ ਕਿ ਚਲੋ ਅਸੀਂ ਨਾ ਆਨਾਕਾਨੀ ਕਰ ਜਾਂਦੇ ਹਾਂ, ਟਾਲ ਮਟੋਲ ਕਰ ਜਾਂਦੇ ਹਾਂ, ਚੱਲ ਗੁਰਦੁਆਰੇ ਕੀ ਜਾਣਾ, ਘਰੇ ਬੈਠੇ ਸੁਣ ਲੈਂਦੇ ਆ, ਸਤ ਸੰਗ ਵਿੱਚ ਕੀ ਜਾਣਾ, ਇੱਥੇ ਘਰੇ ਬੈਠੇ ਸਭ ਸੁਣ ਹੀ ਲਈਦਾ ਜੀ। ਨਾ ਪਿਆਰੋ, ਸਤ ਸੰਗ ਦੀਆਂ ਆਪਣੀਆਂ ਬਰਕਤਾਂ ਨੇ, ਗੁਰੂ ਦੀ ਹਜ਼ੂਰੀ ਵਿੱਚ ਆਉਣ ਦੀਆਂ ਆਪਣੀਆਂ ਬਰਕਤਾਂ ਨੇ। ਇਸ ਕਰਕੇ ਆਉਣਾ ਲਾਜ਼ਮੀ ਹੈ, ਜ਼ਰੂਰੀ ਹੈ। ਮੇਰੀ ਬੇਨਤੀ ਹੈ ਜਿਹੜੇ ਸੁਣਦੇ ਪਏ ਨੇ, ਜਿਹੜੇ ਨਹੀਂ ਆ ਸਕਦੇ ਮਜਬੂਰੀ ਬਾਤ ਵੱਖਰੀ ਹੈ, ਪਰ ਜਿਹੜੇ ਆ ਸਕਦੇ ਨੇ, ਜਿਹੜਾ ਵੀ ਉਹਨਾਂ ਦੇ ਨੇੜੇ ਗੁਰੂ ਘਰ ਹੈ ਉੱਥੇ ਜ਼ਰੂਰ ਜਾਓ ਪਿਆਰਿਓ, ਸਤ ਸੰਗਤ ਵਿੱਚ ਜ਼ਰੂਰ ਹਾਜ਼ਰੀ ਭਰ ਕੇ ਆਓ। ਐਵੇਂ ਥੋੜਾ ਮਹਾਰਾਜ ਜੀ ਨੇ ਬਾਣੀ ਚ ਕਿਹਾ ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਸਤ ਸੰਗ ਵਿੱਚ ਆਉਂਦਾ ਕੀ ਮਿਲਦਾ ਉਹਨੂੰ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਮਿਲਦੀ ਹੈ, ਪਰਮ ਪਦ ਪਾਇਆ, ਪਰਮ ਅਵਸਥਾ ਮਿਲਦੀ ਹੈ, ਸੂਕੇ ਕਾਸ਼ਟ ਹਰਿਆ। ਪਿਆਰੋ, ਜਿਵੇਂ ਸੁੱਕੀਆਂ ਲੱਕੜਾਂ ਹਰੀਆਂ ਹੋ ਜਾਂਦੀਆਂ ਨੇ, ਬਰਸਾਤ ਪੈ ਜਾਏ ਤੇ ਗੁਰੂ ਦੀ ਨਜ਼ਰ ਇਨਾਇਤ ਪੈਣ ਦੇ ਨਾਲ ਸੁੱਕੇ ਮਨ ਹਰੇ ਭਰੇ ਹੋ ਜਾਂਦੇ ਨੇ। ਇਹ ਬਰਕਤਾਂ ਮਿਲਦੀਆਂ ਸੰਗਤ ਵਿੱਚ ਆਇਆ। ਖੈਰ ਸਮਾਂ ਨਹੀਂ ਮੈਂ ਇਹਨੇ ਵਿਸਤਾਰ ਵਿੱਚ ਜਾਵਾਂ ਕਿ ਸੰਗਤ ਦੀਆਂ ਕੀ ਬਰਕਤਾਂ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਕਹਿੰਦੇ ਨੇ ਗੁਰਸਿੱਖ ਭਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਵੰਦਾ।
ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲਾ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਇ ਕੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਕਹਿੰਦੇ ਨੇ ਸ਼ੰਕਾ ਮਨੋਂ ਮਟਾਏ ਕੈ ਗੁਰ ਸਿੱਖਾਂ ਦੀ ਸੇਵ ਕਰਨ ਦਾ। ਉਹ ਬਾਣੀ ਵੀ ਸੁਣਦਾ ਜੀ ਸਤ ਸੰਗ ਵਿੱਚ, ਪਰ ਜਦੋਂ ਸਮਾਂ ਮਿਲਦਾ ਤੇ ਫਿਰ ਲੰਗਰ ਹਾਲ ਵਿੱਚ ਜਾ ਕੇ ਉਹ ਸੇਵਾ ਵੀ ਕਰਦਾ ਜੀ, ਗੁਰ ਸਿੱਖਾਂ ਦੀ ਸੇਵਾ ਕਰਦਾ ਜੀ। ਉਹ ਭਾਂਡੇ ਮਾਂਜਦਾ ਹੈ, ਲੰਗਰ ਵਰਤਾਉਂਦਾ ਹੈ, ਲੰਗਰ ਪਕਾਉਂਦਾ ਹੈ, ਗੁਰੂ ਘਰ ਦੀ ਹੋਰ ਸਫਾਈ ਕਰਦਾ। ਇਹ ਤੇ ਬੜੇ ਪ੍ਰੇਮੀ ਨੇ ਜੀ, ਜੋ ਵੇਖੀ ਦਾ ਬੜੀ ਸੇਵਾ ਕਰਦੇ ਨੇ, ਸਾਰਾ ਸਾਰਾ ਦਿਨ ਸੇਵਾ ਕਰਦੇ ਨੇ। ਮੇਰੇ ਬਜ਼ੁਰਗ ਨੇ, ਮੇਰੇ ਵੀਰ ਨੇ, ਬੱਚਿਆਂ ਨੇ, ਬੱਚੇ ਨੇ ਸਾਡੇ ਜੀ, ਸਾਡੀਆਂ ਭੈਣਾਂ ਬੀਬੀਆਂ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਆਣ ਕੇ ਪਿਆਰੇ ਪ੍ਰਸ਼ਾਦੇ ਪਕਾ ਰਹੀਆਂ ਹੁੰਦੀਆਂ ਨੇ। ਗੁਰੂ ਦੀ ਕਿਰਪਾ ਹੈ ਉਹਨਾਂ ਤੇ। ਹੁਣ ਘਰ ਬੈਠਿਆਂ ਇਹ ਸੇਵਾ ਤੇ ਨਹੀਂ ਨਾ ਹੋ ਜਾਣੀ, ਜਿਹੜੇ ਸੌਂਦੇ ਪਏ ਨੇ ਘਰ ਬੈਠੇ ਪ੍ਰਸ਼ਾਦੇ ਨਹੀਂ ਪਕਾਏ ਜਾਣੇ। ਗੁਰੂ ਕੇ ਸਿੱਖਾਂ ਲਈ ਸੇਵਾ ਵੀ ਜ਼ਰੂਰੀ ਹੈ ਜੀ ਨਾਲ, ਪਰ ਸੇਵਾ ਤਾਂ ਹੀ ਹੋਏਗੀ ਨਾ ਜਦੋਂ ਸੰਗਤ ਵਿੱਚ ਆਵਾਂ, ਗੁਰਦੁਆਰੇ ਆਵਾਂਗੇ। ਸੇਵਾ ਤੇ ਫਿਰ ਇੱਥੇ ਆਣ ਕੇ ਹੋਏਗੀ ਨਾ ਜੀ। ਗੁਰੂ ਕਾ ਸਿੱਖ ਸ਼ੰਕਾ ਮਨੋਂ ਮਟਾਏ ਕੈ ਗੁਰ ਸਿੱਖਾਂ ਦੀ ਸੇਵ ਕਰਨ ਦਾ। ਤੇ ਫਿਰ ਕਹਿੰਦੇ ਨੇ ਫਿਰ ਆਪਣਾ ਕਾਰੋਬਾਰ ਕਰਨ ਚਲਿਆ ਜਾਂਦਾ ਹੈ। ਕਿਰਤ ਵਿਰਤ ਕਰ ਧਰਮ ਦੀ, ਫਿਰ ਆਪਣੇ ਧਰਮ ਦੀ ਕਿਰਤ ਕਰਦਾ ਹੈ। ਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਸਿੱਖਾ ਸਾਰਾ ਦਿਨ ਗੁਰਦੁਆਰੇ ਆਣ ਕੇ ਬੈਠਾ ਰਹੋ, ਮਹਾਰਾਜ ਨੇ ਇਹ ਵੀ ਨਹੀਂ ਕਿਹਾ। ਠੀਕ ਹੈ ਪਿਆਰੋ, ਜਿਹੜਾ ਰਿਟਾਇਰ ਹੋ ਚੁੱਕਿਆ ਏ ਉਹ ਤਾਂ ਗੁਰੂ ਘਰ ਆਣ ਕੇ ਗੁਰੂ ਗੁਰ ਜਪੇ ਸੇਵਾ ਕਰੇ, ਲਾਹ ਪ੍ਰਾਪਤ ਕਰੇ। ਪਰ ਜਿਹੜੇ ਵੀਰ ਜਿਹੜੇ ਅਜੇ ਕੰਮ ਤੇ ਲੱਗੇ ਨੇ, ਜੋਬ ਕਰਦੇ ਨੇ, ਕੋਈ ਵੀ ਕਿਰਤ ਕਰਦੇ ਨੇ, ਉਹ ਗੁਰੂ ਘਰ ਆਓ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰਕੇ ਨਿਤਨੇਮ ਕਰਕੇ ਗੁਰੂ ਚਰਨਾਂ ਚਾਓ। ਜਿੰਨਾ ਕੋ ਸਮਾਂ ਮਿਲਦਾ ਬੈਠ ਕੇ ਬਾਣੀ ਸੁਣ ਲਓ, ਫਿਰ ਪਿਆਰੇ ਸੇਵਾ ਕਰਕੇ ਫਿਰ ਆਪਣੇ ਕਾਰੋਬਾਰ ਤੇ ਚਲੇ ਜਾਓ। ਭਾਈ ਸਾਹਿਬ ਜੀ ਕਹਿੰਦੇ ਨੇ ਸ਼ੰਕਾ ਮਨੋਂ ਮਟਾਏ ਕੈ ਗੁਰ ਸਿੱਖਾਂ ਦੀ ਸੇਵ ਕਰਨ ਦਾ, ਕਿਰਤ ਵਿਰਤ ਕਰ ਧਰਮ ਦੀ। ਫਿਰ ਆਪਣੀ ਕਿਰਤਕਾਰ ਕਰਨ ਚਲਿਆ ਜਾਂਦਾ ਹੈ ਤੇ ਕਿਰਤਕਾਰ ਕਰਕੇ ਲਿਆ ਪ੍ਰਸਾਦ ਆਨ ਵਰਤੰਦਾ। ਫਿਰ ਕਹਿੰਦੇ ਨੇ ਉਹ ਫਿਰ ਆਪਣੀ ਕਮਾਈ ਦੇ ਵਿੱਚੋਂ ਗੁਰੂ ਕਾ ਲੰਗਰ ਲਿਆ ਕੇ ਉਹਦੇ ਵਿੱਚ ਰਸਨਾ ਵਸਤਾਂ ਦਾ ਯੋਗਦਾਨ ਪਾਉਂਦਾ। ਜਿਵੇਂ ਆਪ ਜੀ ਆਉਂਦੇ ਹੋ, ਕੋਈ ਦੁੱਧ ਲੈ ਕੇ ਆ ਰਿਹਾ, ਕੋਈ ਬਟਰ ਲੈ ਕੇ ਆ ਰਿਹਾ, ਕੋਈ ਆਟਾ ਲੈ ਕੇ ਅਗਰ ਆ ਰਿਹਾ, ਬੜੀ ਚੰਗੀ ਗੱਲ ਹੈ। ਗੁਰੂ ਘਰ ਲੈ ਕੇ ਆਉਣਾ, ਕਿਉਂਕਿ ਇਹ ਜਿਹੜਾ ਆਟਾ ਜੋ ਵੀ ਅਸੀਂ ਰਸਨਾ ਲੈ ਕੇ ਆਉਣੀ ਹੈ, ਲੰਗਰ ਬਣੇਗਾ, ਇਹ ਗੁਰੂ ਕੇ ਸਿੱਖਾਂ ਦੇ ਮੂੰਹ ਪਏਗਾ, ਮੁਖ ਲੱਗੇਗਾ, ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ ਜੀ। ਕਹਿਣ ਲੱਗੇ ਫਿਰ ਕਿਰਤ ਵਿਰਤ ਕਰ ਧਰਮ ਦੀ, ਲਿਆ ਪ੍ਰਸਾਦ ਆਨ ਵਰਤੰਦਾ। ਤੇ ਗੁਰ ਸਿੱਖਾਂ ਨੂੰ ਦੇ ਕੇ ਪਿਆਰਿਓ ਆਣ ਕੇ ਗੁਰੂ ਕਾ ਸਿੱਖ ਸੰਗਤਾਂ ਦੇ ਲਈ ਪਰ ਲੰਗਰ ਤਿਆਰ ਕਰਦਾ ਹੈ। ਪਰ ਕਿਵੇਂ ਕਰਦਾ ਜੀ? ਗੁਰ ਸਿੱਖਾਂ ਨੂੰ ਦੇ ਕੇ ਪਹਿਲਾਂ ਗੁਰ ਸਿੱਖਾਂ ਨੂੰ ਵਰਤਾਉਂਦਾ ਏ, ਪਿੱਛੋਂ ਬਚਿਆ ਆਪ ਖਵਾਉਂਦਾ। ਜੇ ਬਚ ਜਾਏ ਤੇ ਆਪ ਛਕ ਲੈਂਦਾ, ਤੇ ਜੇ ਨਾ ਬਚੇ ਕਹਿੰਦਾ ਸਤਿਗੁਰ ਤੇਰਾ ਧੰਨਵਾਦ ਕਿ ਮੈਂ ਜੋ ਲੰਗਰ ਤਿਆਰ ਕੀਤਾ ਤੇਰੀਆਂ ਸੰਗਤਾਂ ਦੇ ਮੁਖ ਪੈ ਗਿਆ। ਮੈਨੂੰ ਹੋਰ ਕੀ ਚਾਹੀਦਾ? ਇਹ ਨਾ ਹੋਵੇ ਕਿ ਜਿਵੇਂ ਅੱਜ ਕੱਲ੍ਹ ਬਹੁਤੀਆਂ ਥਾਵਾਂ ਤੇ ਹੁੰਦਾ ਹੈ, ਇੰਡੀਆ ਦੇਖੀਦਾ, ਪੰਜਾਬ ਪਿਆਰ ਉੱਥੇ ਲੰਗਰ ਲਗਾਉਂਦੇ ਨੇ ਨਾ, ਤੇ ਜ਼ਿਆਦਾਤਰ ਵੇਖੀਦਾ ਉੱਤੇ ਕਈ ਲਗਾਉਣ ਵਾਲੇ ਨਾ ਉਹ ਪਹਿਲਾਂ ਆਪਣੇ ਲਈ ਬਾਲਟੀਆਂ ਭਰ ਕੇ ਰੱਖ ਲੈਂਦੇ ਨੇ, ਪਹਿਲਾਂ ਆਪਣੇ ਵਾਸਤੇ ਰੱਖ ਲਓ, ਸੰਗਤਾਂ ਨੂੰ ਬਾਅਦ ਚ ਵਰਤਾਵਾਂਗੇ। ਨਹੀਂ, ਗੁਰੂ ਕਾ ਸਿੱਖ ਇਹ ਨਹੀਂ ਮੈਂ ਆਪਣੇ ਵਾਸਤੇ ਪਹਿਲਾਂ ਰੱਖਾਂ ਨਾ, ਗੁਰ ਸਿੱਖਾਂ ਨੂੰ ਦੇ ਕੇ ਪਿੱਛੋਂ ਬਚਿਆ ਆਪ ਖਵਾਉਂਦਾ। ਗੁਰਮੁਖ ਗਾਡੀ ਰਾਹ ਚੱਲਣ ਦਾ, ਜਿਹੜਾ ਗੁਰਮੁਖ ਹੈ ਉਹ ਪਿਆਰ ਇਸ ਗੁਰੂ ਦੇ ਦੱਸੇ ਮਾਰਗ ਤੇ ਚੱਲਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਕਿਰਪਾ ਕੀਤੀ, ਕਹਿੰਦੇ ਨੇ ਉਠੋ ਭੋਰ ਕਰ ਸੋਚ ਇਸ਼ਨਾਨ। ਮਹਾਰਾਜ ਕਹਿੰਦੇ ਪਹਿਲੀ ਗੱਲ ਆਪਣਾ ਨੇਮ ਨਿਭਾਓ, ਬਣਾਓ ਕਿ ਅੰਮ੍ਰਿਤ ਵੇਲੇ ਉਠਿਓ, ਇਸ਼ਨਾਨ ਕਰਿਓ, ਇਸ਼ਨਾਨ ਕਰਕੇ ਜੋ ਤੁਹਾਨੂੰ ਬਾਣੀ ਯਾਦ ਹੈ ਜਾਂ ਇਥੋਂ ਤੁਸੀਂ ਗੁਟਕਾ ਸਾਹਿਬ ਲੈ ਜਾਓ। ਮਹਾਰਾਜ ਕਹਿਣ ਲੱਗੇ ਬਾਣੀ ਦਾ ਨਿਤਨੇਮ ਕਰਨਾ ਹੈ, ਜੇ ਨਹੀਂ ਤੇ ਗੁਰੂ ਗੁਰੂ ਜਪਣਾ ਹੈ ਜੀ। ਪੁਨ ਸ੍ਰੀ ਹਰਿਮੰਦਰ ਮੈਂ ਜਾਬੋ, ਜਥਾ ਸ਼ਕਤ ਤਹ ਭੇਟ ਚੜਾਵੋ। ਆਪਣਾ ਨਿਤਨੇਮ ਕਰਕੇ ਗੁਰੂ ਗੁਰੂ ਜਪ ਕੇ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਨ ਤੋਂ ਬਾਅਦ ਕਹਿਣ ਲੱਗੇ ਫਿਰ ਤੁਸਾਂ ਨੇ ਸ੍ਰੀ ਦਰਬਾਰ ਸਾਹਿਬ ਜਾਣਾ ਹੈ, ਹਰਿਮੰਦਰ ਸਾਹਿਬ ਜਾਣਾ। ਉੱਥੇ ਦਰਸ਼ਨ ਕਰਨ ਦੇ ਲਈ ਜਥਾ ਸ਼ਕਤ ਹੈ ਭੇਟ ਚੜਾਵੋ। ਜਥਾ ਸ਼ਕਤ ਤੋਂ ਮੁਰਾਦ ਹੈ ਕਿ ਜਿੰਨੀ ਕੋ ਤੁਹਾਡੇ ਕੋਲ ਸਮਰਥਾ ਆਪਣੀ ਵਿੱਤ ਮੁਤਾਬਕ ਉੱਥੇ ਜਾ ਕੇ ਭੇਟਾ ਵੀ ਅਰਪਣ ਕਰਨੀ ਹੈ। ਜਥਾ ਸ਼ਕਤ ਅੱਜ ਵੀ ਉੱਥੇ ਅਰਦਾਸ ਹੁੰਦੀ ਹੈ ਨਾ ਸ੍ਰੀ ਦਰਬਾਰ ਸਾਹਿਬ, ਤੇ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਜਥਾ ਸ਼ਕਤ ਸੰਗਤਾਂ ਨੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲਈ ਮਾਇਆ ਭੇਟਾ ਕੀਤੀ ਹੈ ਜੀ। ਜਥਾ ਸ਼ਕਤ ਤੋਂ ਮੁਰਾਦ ਹੈ ਕਿ ਜਿੰਨੀ ਕੋ ਕਿਸੇ ਨੂੰ ਸਤਿਗੁਰ ਸਮਰਥਾ ਆਪ ਜੀ ਨੇ ਦਿੱਤੀ ਹੈ। ਇੱਥੇ ਕੋਈ ਥੋੜੇ ਜਾਂ ਬਹੁਤੇ ਦਾ ਮਸਲਾ ਨਹੀਂ ਹੈ ਜੀ ਪਿਆਰਿਓ। ਹੁਣ ਇੱਕ ਇਨਸਾਨ ਉਹਦੀ ਜੇ ਕਰ ਪੇ ਉਹਦੀ $5000 ਹੈ, ਉਹ ਭਾਵੇਂ 50 ਮੱਥਾ ਟੇਕਦੇ, ਹੁਣ ਇੱਕ ਜਿਹੜਾ ਉਹਦੀ $500 ਹੈ ਤੇ ਉਹ ਹੁਣ ਆ ਕੇ ਮੈਂ 50 ਨਹੀਂ, ਇਹੋ ਜਿਹਾ ਚੱਕਰ ਨਹੀਂ ਹੈ ਜੀ।
ਪਿਆਰਿਓ ਸੱਚ ਕਰਕੇ ਜਾਣਿਓ, ਉਹ $1 ਵੀ ਮੱਥਾ ਟੇਕ ਦੇਗਾ, ਉਹਦਾ 1 ਹੀ 50ਵਾਂ ਵਰਗਾ ਹੈ ਜੀ। ਗੁਰੂ ਨੂੰ ਪ੍ਰਵਾਨ ਹੈ। ਸਤਿਗੁਰ ਮਹਾਰਾਜ ਜੀ ਕਹਿਣ ਲੱਗੇ ਫਿਰ ਇਸ਼ਨਾਨ ਕਰਨੇ, ਨਿਤਨੇਮ ਕਰਨੇ, ਫਿਰ ਸ੍ਰੀ ਹਰਿਮੰਦਰ ਸਾਹਿਬ ਜਾਣਾ ਤੇ ਜਿੰਨੀ ਕੋ ਸਮਰਥਾ ਆਪਣੀ ਵਿੱਤ ਅਨੁਸਾਰ ਫਿਰ ਉਥੇ ਭੇਟਾ ਵੀ ਅਰਪਣ ਕਰਨੀ ਹੈ ਜੀ। ਹਾਥ ਜੋਰ ਕਰ ਸੀਸ ਨਵਾਵੋ, ਪ੍ਰਭ ਸਮਾਨ ਸ਼ਰਧਾ ਉਪਜਾਵੋ। ਹੱਥ ਜੋੜ ਕੇ ਉਤੇ ਅਰਦਾਸ ਕਰਨੀ ਹੈ, ਸੀਸ ਨਵਾਉਣਾ ਹੈ, ਮੱਥਾ ਟੇਕਣਾ। ਬਸ ਇਹੀ ਸੋਚਣਾ ਹੈ ਕਿ ਇਹ ਪ੍ਰਮਾਤਮਾ ਦਾ ਮੰਦਰ ਹੈ, ਇਹ ਅਕਾਲ ਪੁਰਖ ਦਾ ਥਾਂ ਹੈ। ਉਹ ਜਿਹੜਾ ਅਕਾਲ ਪੁਰਖ ਸਰਬ ਵਿਆਪਕ ਹੈ, ਬਸ ਇੱਥੇ ਉਹਦੀ ਕਿਰਪਾ ਵਰਤ ਰਹੀ ਹੈ ਜੀ। ਬਹਰੋ ਆਏ ਬਣਜ ਕੋ ਕੀਜੈ, ਦਿਨ ਸਗਰੇ ਮਹਿ ਲਾਹਾ ਲੀਜੈ। ਭਾਵ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇੱਕ ਪਰਮੇਸ਼ਵਰ ਦਾ ਰੂਪ ਜਾਣ ਕੇ ਉੱਥੇ ਨਮਸਕਾਰ ਕਰਨੀ ਹੈ, ਸ਼ੰਕਾ ਨਹੀਂ ਕਰਨਾ। ਤਾਂ ਹੀ ਸੱਤਾ ਤੇ ਬਲਵੰਡ ਕਹਿੰਦੇ ਨੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਜਿਨ੍ਹਾਂ ਨੇ ਪਾਰ ਬ੍ਰਹਮ ਜਾਣ ਕੇ ਨਮਸਕਾਰ ਕੀਤੀ, ਜਿਨ੍ਹਾਂ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਜਿਨ੍ਹਾਂ ਨੇ ਭਾਵਨਾ ਨਾਲ ਸੇਵਾ ਕੀਤੀ ਗੁਰੂ ਰਾਮਦਾਸ ਨੂੰ, ਰੱਬ ਦਾ ਰੂਪ ਜਾਣ ਕੇ ਮੇਰੇ ਸਾਹਿਬ ਨੇ ਪਾਰ ਉਤਾਰਾ ਕੀਤਾ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਗਏ ਕਿ ਇਸ ਤਰ੍ਹਾਂ ਤੁਸਾਂ ਨੇ ਫਿਰ ਜਾ ਕੇ ਆਪਣਾ ਵਣਜ ਕਰਨਾ ਹੈ, ਇਸ਼ਨਾਨ ਕਰਕੇ ਨਿਤਨੇਮ ਕਰਕੇ ਦਰਬਾਰ ਸਾਹਿਬ ਜਾਣਾ, ਮੱਥਾ ਟੇਕਣਾ, ਅਰਦਾਸ ਕਰਨੀ ਹੈ, ਭੇਟਾ ਅਰਪਣ ਕਰਨੀ ਹੈ ਤੇ ਫਿਰ ਤੁਸਾਂ ਨੇ ਆਪਣੀਆਂ ਦੁਕਾਨਾਂ ਤੇ ਚਲੇ ਜਾਣਾ। ਜੋ ਤੁਹਾਡੀ ਕਿਰਤ ਹੈ, ਜੋ ਤੁਹਾਡੀ ਕਾਰ ਹੈ, ਉਹ ਤੁਸਾਂ ਨੇ ਕਰਨੀ ਹੈ। ਦਿਨ ਸਗਰੇ ਮੈਂ ਲਾਹਾ ਲੀਜੈ। ਮਹਾਰਾਜ ਕਹਿੰਦੇ ਪਰ ਮੈਂ ਇਸ ਗੱਲ ਦੀ ਗਵਾਹੀ ਦੇਣਾ, ਵੇਖਿਓ ਤੁਹਾਡੇ ਕਾਰੋਬਾਰ 'ਚ ਕਿਵੇਂ ਬਰਕਤਾਂ ਹੀ ਬਰਕਤਾਂ ਪੈਣਗੀਆਂ, ਕਮੀ ਕੋਈ ਨਾ ਰਹੇਗੀ। ਤੁਸੀਂ ਇਹ ਆਪਣਾ ਨੇਮ ਬਣਾ ਲਵੋ ਜੀ। ਓਨ ਸੰਧਿਆ ਜਬ ਹੋਵਹਿ ਆਏ, ਤਬ ਉਠ ਤਜੋ ਬਨਹੁ ਸਮਦਾਏ। ਤੇ ਜਿਸ ਵੇਲੇ ਸੰਧਿਆ ਦਾ ਵੇਲਾ ਹੋਵੇ, ਜਦੋਂ ਮਹਾਰਾਜ ਕਹਿੰਦੇ ਆਪਣੀਆਂ ਦੁਕਾਨਾਂ ਵਧਾਉਣੀਆਂ ਨੇ, ਤੇ ਮਹਾਰਾਜ ਕਹਿੰਦੇ ਫਿਰ ਉਥੋਂ ਆਪਣੀ ਕਾਰ ਤੋਂ ਕੰਮ ਤੋਂ ਵਿਹਲੇ ਹੋ ਕੇ ਕਹਿਣ ਲੱਗੇ ਫਿਰ ਤੁਸਾਂ ਨੇ ਉੱਠ ਕੇ ਸਾਰਿਆਂ ਨੇ ਤਬ ਉੱਠ ਤਜੋ ਬਨੋ ਸਮੁਦਾਏ, ਕਹਿਣ ਲੱਗੇ ਆਪਣੇ ਵਪਾਰ ਨੂੰ ਤੁਸੀਂ ਵਧਾ ਕੇ। ਉਹਨੂੰ ਮਹਾਰਾਜ ਕਹਿੰਦੇ ਫਿਰ ਜਦੋਂ ਤੁਸਾਂ ਨੇ ਸਮੇਟ ਕੇ ਫਿਰ ਕੀ ਕਰਨਾ ਹੈ ਜੀ। ਸ੍ਰੀ ਹਰਿਮੰਦਰ ਦਰਸ਼ਨ ਕਰੋ, ਬਿਨਤੀ ਪਨਹੁ ਕਾਮ ਨਾ ਤਰੋ। ਤੇ ਫਿਰ ਆਣ ਕੇ ਸ੍ਰੀ ਦਰਬਾਰ ਸਾਹਿਬ ਤੁਸਾਂ ਨੇ ਦਰਸ਼ਨ ਕਰਨੇ ਨੇ, ਫਿਰ ਆਣ ਕੇ ਇੱਥੇ ਆਣ ਕੇ ਮੱਥਾ ਟੇਕਣਾ ਹੈ। ਫਿਰ ਤੁਸੀਂ ਇੱਥੇ ਆਪਣੇ ਮਨ ਦੀ ਜੋ ਵੀ ਤੁਹਾਡੀ ਭਾਵਨਾ ਮੁੱਖ ਰੱਖ ਕੇ ਬੇਨਤੀ ਕਰਨੀ ਹੈ ਜੀ। ਸਭ ਪੂਰਨ ਹੋਏ ਤੁਮਰੀ ਜਾਏ, ਕਰੋ ਬਣਜ ਬੜ ਲਾਹਾ ਪਾਏ। ਮਹਾਰਾਜ ਕਹਿੰਦੇ ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਜੋ ਤੁਹਾਡੇ ਮਨ ਦੀਆਂ ਭਾਵਨਾਵਾਂ ਨੇ ਸਾਰੀਆਂ ਨੂੰ ਭਾਗ ਲੱਗਣਗੇ। ਸਭ ਪੂਰਨ ਹੋਏ ਤੁਮਰੀ ਜਾਏ, ਜੋ ਜੋ ਤੁਹਾਡੀ ਭਾਵਨਾ, ਜੋ ਜੋ ਤੁਹਾਡੀ ਮੁਰਾਦ ਹੈ ਉਹ ਪੂਰੀ ਹੋਵੇਗੀ। ਕਰੋ ਬਣਜ ਬੜ ਲਾਹਾ ਪਾਏ। ਇਸ ਤਰ੍ਹਾਂ ਤੁਸੀਂ ਆਪਣਾ ਵਣਜ ਕਰਿਓ, ਵਪਾਰ ਕਰਿਓ, ਲਾਭ ਮਿਲੇ, ਤੋਟਾ ਹਿਰੇ, ਤੁਹਾਨੂੰ ਲਾਭ ਹੀ ਲਾਭ ਮਿਲੇਗਾ। ਤੁਹਾਡੀ ਸਾਰੀ ਤੋਟਾ ਕਮੀ ਘਾਟਾ ਦੂਰ ਹੋ ਜਾਏਗਾ, ਵਾਧਾ ਹੀ ਵਾਧਾ ਹੋਵੇਗਾ, ਨਫਾ ਹੀ ਨਫਾ ਹੋਵੇਗਾ। ਵਪਾਰ 'ਚ ਬਰਕਤਾਂ ਹੀ ਬਰਕਤਾਂ ਪੈ ਜਾਵਣਗੀਆਂ ਜੀ। ਨਹੀਂ ਤੋਟ ਹੋਏ ਕਿਸੂ ਪਦਾਰਥ, ਨਿਤ ਪ੍ਰਤ ਪੁਰਵੋ ਆਪਣਾ ਸਵਾਰਥ। ਕਦੇ ਤੋਟਾ ਨਹੀਂ ਆਏਗੀ, ਕਦੇ ਕੋਈ ਤੁਹਾਨੂੰ ਮਹਾਰਾਜ ਕਹਿੰਦੇ ਨੇ ਕਮੀ ਨਹੀਂ ਆਏਗੀ। ਪਦਾਰਥਾਂ ਦਾ ਕਦੇ ਘਾਟ ਨਹੀਂ ਰਹੇਗੀ, ਥੋੜ ਨਾ ਰਹੇਗੀ। ਨਿਤ ਪ੍ਰਤ ਪੁਰਵੋ ਆਪਣਾ ਸਵਾਰਥ, ਨਿਤ ਪ੍ਰਤ ਹਰ ਰੋਜ਼ ਜੋ ਤੁਹਾਡੇ ਮਨੋਰਥ ਨੇ ਉਹ ਪੂਰੇ ਹੋਵਣਗੇ ਜੀ। ਧਨ ਕੀ ਗਿਣਤੀ ਹੈ ਕਹੋ ਕੌਣ, ਲక్ష్ਮੀ ਬਸੈ ਆਏ ਕਰ ਪਾਉਣ। ਮਹਾਰਾਜ ਕਹਿੰਦੇ ਭਰੋਸਾ ਰੱਖਿਓ, ਯਕੀਨ ਕਰਿਓ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦੇ ਚਰਨਾਂ ਤੇ ਵਿਸ਼ਵਾਸ ਕਰਕੇ ਜਦੋਂ ਤੁਸੀਂ ਆਪਣਾ ਜੀਵਨ, ਆਪਣੀ ਨਿਤ ਦੀ ਮਰਿਆਦਾ, ਨਿਤ ਦੀ ਰਹਿਣੀ ਬਹਿਣੀ, ਆਪਣਾ ਨੇਮ ਜੋ ਤੁਹਾਨੂੰ ਦੱਸਿਆ ਉਵੇਂ ਦਾ ਬਣਾ ਲਓਗੇ, ਤੇ ਕਹਿੰਦੇ ਗੁਰੂ ਰਾਮਦਾਸ ਜੀ ਦੀ ਮਿਹਰ ਐਸੀ ਹੋਵੇਗੀ। ਧਨ ਕੀ ਗਿਣਤੀ ਹੈ ਕਹੋ ਕੌਣ, ਇਹ ਧਨ ਦੀ ਤਾਂ ਕੀ ਗਿਣਤੀ ਹੈ। ਤੁਹਾਡੇ ਘਰਾਂ ਦੇ ਵਿੱਚ ਇਵੇਂ ਜਾਣਿਓ ਕਿ ਲక్ష్ਮੀ ਦੀ ਬਰਸਾਤ ਹੋ ਜਾਏਗੀ।
ਕਹਿਣ ਲੱਗੇ ਲక్ష్ਮੀ ਆਪਣੇ ਆਪ ਤੁਹਾਡੇ ਘਰਾਂ 'ਚ ਵਸੇਗੀ, ਭਾਵ ਕਿ ਇਹਨਾਂ ਤੁਹਾਡਾ ਕਾਰੋਬਾਰ ਚੱਲੇਗਾ ਜੀ। ਸ੍ਰੀ ਹਰਿ ਮੰਦਰ ਮਹਾ ਮਹਾਤਮ ਸਭ ਕੀ ਪੁਰਹਿ ਕਾਮਨਾ ਆਤਮ। ਮਹਾਰਾਜ ਕਹਿੰਦੇ ਸ੍ਰੀ ਦਰਬਾਰ ਸਾਹਿਬ ਜੀ ਬਹੁਤ ਮਹਾਨ ਨੇ। ਇਹ ਥਾਂ ਬੜੀ ਬਰਕਤਾਂ ਵਾਲੀ ਹੈ, ਰਹਿਮਤਾਂ ਵਾਲੀ ਹੈ। ਸਾਹਿਬ ਕਹਿੰਦੇ ਇੱਥੇ ਆਣ ਕੇ ਮਨ ਦੀਆਂ ਭਾਵਨਾਵਾਂ ਨੂੰ ਭਾਗ ਲੱਗਦੇ ਨੇ, ਪੂਰੀਆਂ ਹੋਣਗੀਆਂ। ਕਈਆਂ ਦੀਆਂ ਹੋਈਆਂ ਨੇ, ਤੁਸੀਂ ਵੀ ਆਓਗੇ ਤੁਹਾਡੀਆਂ ਵੀ ਹੋਣਗੀਆਂ ਜੀ। ਸ੍ਰੀ ਹਰਿ ਮੰਦਰ ਦਾਸੀ ਮਾਇਆ ਇਹ ਠਾਂ ਬਾਸ ਕਰਹਿ ਮਨ ਭਾਇਆ। ਸਤਿਗੁਰੂ ਜੀ ਕਹਿਣ ਲੱਗੇ ਕਿ ਆਹ ਜਿਹੜੀ ਮਾਇਆ ਲక్ష్ਮੀ ਹੈ, ਲੋਕ ਤੇ ਇਹਦੀ ਪੂਜਾ ਕਰਦੇ ਨੇ, ਪਰ ਇਹ ਸ੍ਰੀ ਦਰਬਾਰ ਸਾਹਿਬ ਦੀ ਦਾਸੀ ਹੈ। ਇਹ ਇਸ ਘਰ ਦੀ ਇਹ ਸੇਵਕ ਹੈ। ਇਹ ਠਾਂ ਬਾਸ ਕਰੇ ਮਨ ਭਾਇਆ। ਇਹ ਤੇ ਮਨ ਪਾਉਂਦਾ ਉਹ ਵਾਸਾ ਕਰਦੀ ਹੈ। ਇਹ ਤੇ ਗੁਰੂ ਦੇ ਚਰਨਾਂ ਦੀ ਸੇਵਕਾ ਦਾਸੀ ਬਣ ਕੇ ਉਹ ਰਹਿੰਦੀ ਹੈ ਜੀ। ਨੌ ਨਿਧ ਸਿੱਧ ਰਿੱਧ ਜੇ ਨਾਨਾ ਆਏ ਸ਼ਰਨ ਪਰ ਹੈ ਇਸ ਥਾਨ। ਹਜ਼ੂਰ ਜੀ ਕਹਿੰਦੇ 9 ਨਿਧੀਆਂ ਨੇ ਜਿਹੜੀਆਂ, ਇਹ 9 ਪ੍ਰਕਾਰ ਦੇ ਖਜ਼ਾਨੇ ਮੰਗੇ। ਨਿਧ ਕਹਿੰਦੇ ਨੇ ਖਜ਼ਾਨਾ। 9 ਪ੍ਰਕਾਰ ਦੇ ਖਜ਼ਾਨੇ ਇਹ ਸਿਆਣਿਆਂ ਨੇ ਮੰਨੇ ਨੇ। ਉਹਦੇ ਵਿੱਚ ਇਹ ਪੈਸਾ ਵੀ ਆ ਜਾਂਦਾ ਹੈ, ਸੋਨਾ ਚਾਂਦੀ ਆ ਜਾਂਦੀ ਹੈ, ਇਹ ਪਿਆਰੇ ਹੀਰੇ ਮੋਤੀ ਆ ਜਾਂਦੇ ਨੇ। ਇਸ ਤਰ੍ਹਾਂ ਇਹ 9 ਪ੍ਰਕਾਰ ਦੇ ਖਜ਼ਾਨੇ ਮੰਨੇ। ਮਹਾਰਾਜ ਕਹਿੰਦੇ 9 ਤਰ੍ਹਾਂ ਦੇ ਖਜ਼ਾਨੇ ਤੇ ਸਿੱਧ ਰਿੱਧ ਇਹ ਜਿਹੜੀਆਂ ਕਹਿਣ ਲੱਗੇ ਰਿੱਧੀਆਂ ਸਿੱਧੀਆਂ ਨੇ। ਰਿੱਧੀਆਂ ਸਿੱਧੀਆਂ ਤੋਂ ਮੁਰਾਦ ਹੈ ਕਿ ਜਿਹੜੀਆਂ ਅਜਮਤਾਂ ਨੇ, ਜਿਹੜੀਆਂ ਇਹ ਕੋਈ ਸ਼ਕਤੀਆਂ ਨੇ। ਸਤਿਗੁਰ ਕਹਿੰਦੇ ਇਹ ਤਾਂ ਇੱਥੇ ਐ ਤੁਰੀਆਂ ਫਿਰਦੀਆਂ ਨੇ, ਇਹ ਤੇ ਗੁਰੂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਖਲੋਤੀਆਂ ਰਹਿੰਦੀਆਂ ਨੇ, ਸੇਵਾ ਕਰਨੀ ਲੋਚਦੀਆਂ ਨੇ। ਆਏ ਸਰਨ ਪਰ ਹੈ ਇਸ ਥਾਨਾ। ਇਸ ਥਾਂ ਤੇ ਮਹਾਰਾਜ ਕਹਿੰਦੇ ਆਣ ਕੇ ਸਰਨ ਪਈਆਂ ਰਹਿੰਦੀਆਂ ਹਨ ਜੀ। ਜੋ ਸੇਵਹਿ ਸਿੱਖ ਲੇਵਹਿ ਸੋਏ ਅੰਤ ਕਾਲ ਆਛੀ ਗਤ ਹੋਏ। ਪਰ ਇਹਨਾਂ ਕੋ ਜ਼ਰੂਰ ਹੈ ਕਿ ਜਿਹੜਾ ਵੀ ਸਿੱਖ ਆਣ ਕੇ ਤੇ ਸੇਵਾ ਕਰੇਗਾ, ਮਹਾਰਾਜ ਕਹਿੰਦੇ ਪ੍ਰਾਪਤ ਕਰ ਲਏਗਾ। ਜਿਹੜਾ ਇੱਥੇ ਆਣ ਕੇ ਨੇਮ ਨਿਭਾ ਕੇ ਮੰਗੇਗਾ, ਉਹਦੀ ਝੋਲੀ ਦਾਤਾਂ ਪੈ ਜਾਣਗੀਆਂ। ਹੈ ਇੱਥੇ ਸਭ ਕੁਝ ਹੀ ਹੈ, ਸਭ ਕੁਝ ਹੀ ਹੈ ਇੱਥੇ। ਸਤਿਗੁਰ ਕਹਿਣ ਲੱਗੇ ਬਸ ਹਾਂ, ਜਿਹੜਾ ਇੱਥੇ ਆਣ ਕੇ ਅਰਦਾਸ ਕਰੇਗਾ ਕਿ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੇਹੇ, ਮਾਣ ਮੰਗਾਉ ਤਾਣ ਮੰਗਾਉ ਧਨ ਲਖਮੀ ਸੁਤ ਦੇਹ। ਸਤਿਗੁਰ ਕਹਿੰਦੇ ਜੋ ਮੰਗੇਗਾ ਉਹਨੂੰ ਮਿਲੇਗਾ, ਪਰ ਜਿਹੜਾ ਇੱਥੇ ਆਣ ਕੇ ਨੇਮ ਨਿਭਾਏਗਾ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਜੋ ਸੇਵੈ ਸਿੱਖ ਲੇਵੈ ਸੋਏ। ਸਿੱਖ ਜੋ ਕੁਝ ਵੀ ਮੰਗਣਗੇ ਉਹ ਪਾਉਂਦੇ ਨੇ। ਅੰਤ ਕਾਲ ਆਛੀ ਗਤ ਹੋਏ, ਅੰਤ ਸਮੇਂ ਫਿਰ ਚੰਗੀ ਗਤੀ ਨੂੰ, ਸ਼ੁਭ ਗਤੀ ਨੂੰ, ਪਰਮ ਗਤੀ ਨੂੰ ਪ੍ਰਾਪਤ ਕਰਦੇ ਨੇ। ਸਰੀਰ ਦਾ ਚੋਲਾ ਤਿਆਗ ਕੇ ਜਾਂਦੇ ਨੇ, ਮਾਲਕ ਦੇ ਚਰਨਾਂ ਦੇ ਵਿੱਚ ਲੀਨ ਹੋ ਜਾਂਦੇ ਹਨ ਜੀ। ਕੌਣ ਕਮੀ ਪ੍ਰਭ ਕੇ ਦਰਬਾਰ ਜਹ ਤਿਰਲੋਕ ਪਤ ਬਸਹਿ ਉਦਾਰ। ਮਹਾਰਾਜ ਕਹਿੰਦੇ ਇਸ ਦਰਬਾਰ ਵਿੱਚ ਕੋਈ ਕਮੀ ਨਹੀਂ ਹੈ, ਇੱਥੇ ਕੋਈ ਘਾਟ ਨਹੀਂ, ਕਿਸੇ ਚੀਜ਼ ਦੀ ਕੋਈ ਵੀ ਥੋੜ ਨਹੀਂ ਹੈ। ਕਿਉਂਕਿ ਜਿੱਥੇ ਤ੍ਰੈ ਲੋਕਾਂ ਦਾ ਮਾਲਕ ਅਕਾਲ ਪੁਰਖ ਆਪ ਆਣ ਕੇ ਨਿਵਾਸ ਕਰਦਾ ਹੋਵੇ, ਉੱਥੇ ਕੋਈ ਕਮੀ ਰਹਿ ਹੀ ਨਹੀਂ ਸਕਦੀ। ਕਿਉਂ? ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ। ਬਸ ਉਹਨੂੰ ਸੱਜਣ ਬੜਾ ਮਿੱਤਰ ਬਣਾਓ, ਫਿਰ ਕੋਈ ਕਮੀ ਨਹੀਂ। ਬਸ ਇੱਥੇ ਆਣ ਕੇ ਕਹਿ ਦਿਓ ਕਿ ਤੂੰ ਮੇਰੋ ਪਿਆਰੋ ਤਾਂ ਕੈਸੀ ਭੂਖਾ, ਤੂੰ ਮਨ ਵਸਿਆ ਲੱਗੈ ਨਾ ਦੁਖਾ। ਮੇਰੇ ਸਾਹਿਬ ਨੇ ਕਿਹਾ ਜਿੱਥੇ ਤ੍ਰੈ ਲੋਕੀ ਦਾ ਮਾਲਕ ਆਪ ਆਣ ਕੇ ਇਹ ਜਿਨ ਨਗਰੀ ਵਸਾਈ ਹੋਵੇ, ਜਿਹਦਾ ਆਪ ਆਪਣਾ ਇੱਥੇ ਨਿਵਾਸ ਹੋਵੇ, ਉਸ ਦਰਬਾਰ ਵਿੱਚ ਕਦੇ ਕੋਈ ਕਮੀ ਨਹੀਂ। ਜਿਹੜਾ ਵੀ ਆਏਗਾ ਉਹਦੀ ਭਾਵਨਾ ਪੂਰੀ ਹੋਵੇਗੀ ਜੀ। ਸੁਣ ਕਰ ਸਭ ਸਿੱਖਨ ਮਨ ਮਾਨੀ ਕਰਨ ਲਗੇ ਜਿਮ ਗੁਰੂ ਬਖਾਨੀ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਜੋ ਕਿਹਾ, ਸਿੱਖਾਂ ਨੇ ਸੁਣਿਆ ਤੇ ਕੱਲਾ ਸੁਣਿਆ ਨਹੀਂ, ਪਰ ਸੁਣ ਕੇ ਉਹਨਾਂ ਮੰਨ ਵੀ ਲਿਆ। ਜਿਵੇਂ ਸਾਹਿਬ ਜੀ ਨੇ ਢੰਗ ਤਰੀਕਾ ਦੱਸਿਆ, ਉਹਨਾਂ ਨੇ ਉਸੇ ਤਰ੍ਹਾਂ ਅਪਣਾਇਆ, ਉਵੇਂ ਹੀ ਕਰਨ ਲੱਗ ਪਏ ਜੀ। ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਕਰਦੇ ਨੇ, ਨਿਤਨੇਮ ਕਰਦੇ ਨੇ, ਸ੍ਰੀ ਦਰਬਾਰ ਸਾਹਿਬ ਜਾ ਕੇ ਸਿਮਰਨ ਵੀ ਕਰਦੇ ਨੇ, ਸੇਵਾ ਵੀ ਕਰਦੇ ਨੇ, ਫਿਰ ਜਾ ਕੇ ਆਪਣੀ ਕਿਰਤਕਾਰ ਕਰਦੇ ਨੇ। ਕਰਨ ਲੱਗੇ ਜਿਵੇਂ ਗੁਰੂ ਬਖਾਨੀ, ਜਿਵੇਂ ਗੁਰੂ ਸਾਹਿਬ ਜੀ ਨੇ ਕਿਹਾ ਉਵੇਂ ਇਹ ਕਰਨ ਲੱਗ ਪਏ ਹਨ ਜੀ। ਦੋਏ ਸਮੈ ਦਰਸ ਹੈ ਹਰ ਮੰਦਰ ਰਿਕਤ ਪਾਣ ਕੋ ਜਾਏ ਨਾ ਅੰਦਰ। ਪਿਆਰਿਓ ਦੋਨੋਂ ਸਮੇਂ
ਇਹ ਪਰ ਹਰਮੰਦਰ ਸਾਹਿਬ ਆਣ ਕੇ ਦੀਦਾਰ ਕਰਦੇ ਨੇ, ਦਰਸ਼ਨ ਕਰਦੇ ਨੇ। ਪਰ ਜਦੋਂ ਵੀ ਕੋਈ ਆਉਂਦਾ ਨਾ ਭਾਵਨਾ ਦੇ ਨਾਲ, ਉਹ ਖਾਲੀ ਹੱਥ ਨਹੀਂ ਆਉਂਦਾ ਜੀ। ਅਰਿਕਤ ਪਾਣ ਕੋ ਜਾਏ ਨਾ ਅੰਦਰ, ਖਾਲੀ ਹੱਥ ਨਹੀਂ। ਭਾਵੇਂ ਕੋਈ ਇੱਕ ਪਾਸਾ ਲੈ ਕੇ ਆਉਂਦਾ ਹੈ, ਭਾਵੇਂ ਕੋਈ ਇੱਕ ਟਕਾ ਲੈ ਕੇ ਆਉਂਦਾ ਹੈ, ਗੁਰੂ ਦਾ ਦਰਬਾਰ ਜਾਣ ਕੇ। ਪਿਆਰ ਆਪਾਂ ਵੇਖਨੇ ਆ, ਮੈਂ ਬੇਨਤੀ ਕਰਾਂ, ਇਹ ਨਹੀਂ ਕਿ ਗੁਰੂ ਸਾਡੀ ਭੇਟ ਦਾ ਭੁੱਖਾ ਹੈ। ਗੁਰੂ ਤੇ ਦਾਤਾ ਹੈ, ਗੁਰੂ ਤੋਂ ਅਸਾਂ ਨੇ ਲੈਣਾ ਹੈ। ਇਹ ਜਿਹੜੀ ਭੇਟਾ ਰੱਖਣੀ, ਇਹ ਸਤਿਗੁਰ ਦਾ ਕੇਵਲ ਅਦਬ ਹੈ। ਆਪ ਜੀ ਜਾਣਦੇ ਹੋ, ਵੇਖੋ ਜਦੋਂ ਆਪਾਂ ਇੰਡੀਆ ਦੇਖੀਦਾ ਜੀ, ਹੁਣ ਜਿਹੜਾ ਪ੍ਰਧਾਨ ਮੰਤਰੀ ਹੈ ਨਾ, ਕਿਸੇ ਵੀ ਸਟੇਟ ਦਾ ਮੁੱਖ ਮੰਤਰੀ ਜਦੋਂ ਪ੍ਰਧਾਨ ਮੰਤਰੀ ਨੂੰ ਮਿਲਣ ਵਾਸਤੇ ਜਾਂਦਾ ਹੈ ਨਾ ਜੀ, ਉਹਦੇ ਲਈ ਕੁਛ ਨਾ ਕੁਛ ਲੈ ਕੇ ਜਾਏਗਾ ਜੀ। ਹੋਰ ਨਹੀਂ ਤੇ ਫੁੱਲਾਂ ਦਾ ਗੁਲਦਸਤਾ ਹੀ ਲੈ ਕੇ ਜਾਂਦਾ, ਫੁੱਲਾਂ ਦਾ ਗੁਲਦਸਤਾ ਲੈ ਕੇ ਜਾਏਗਾ ਕਿ ਹੋਰ ਕੁਛ ਨਹੀਂ। ਹਾਲਾਂਕਿ ਹੁਣ ਉਹਨੇ ਉੱਥੋਂ ਲੈ ਕੇ ਆਉਣਾ ਹੈ, ਮੁੱਖ ਮੰਤਰੀ ਨੇ ਆਪਣੀ ਸਟੇਟ ਵਾਸਤੇ ਉਹਨੇ ਕੁਝ ਨਾ ਕੁਝ ਅੱਗੇ ਮੰਗਣਾ, ਸਾਨੂੰ ਇੰਨਾ ਪੈਕੇਜ ਦੇ ਦਿਓ, ਸਾਨੂੰ ਆਹ ਦੇ ਦਿਓ। ਪ੍ਰਧਾਨ ਮੰਤਰੀ ਤੋਂ ਜਾ ਕੇ ਮੰਗਣਾ, ਪਰ ਜਦੋਂ ਜਾਣਾ ਖਾਲੀ ਹੱਥ ਨਹੀਂ ਜਾਂਦਾ। ਕਿਉਂ? ਉਹਦਾ ਮਤਲਬ ਹੈ ਕਿ ਇਹ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਇਹਦਾ ਅਦਬ ਬਣਦਾ ਕਿ ਖਾਲੀ ਹੱਥ ਨਹੀਂ ਜਾਣਾ, ਇਹ ਸਤਿਕਾਰ ਹੈ। ਪਿਆਰ, ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ, ਕੋਈ ਰਾਜਾ ਹੋਵੇ, ਜਦੋਂ ਕੋਈ ਉਹਨੂੰ ਮਿਲ ਜਾਂਦਾ ਹੈ, ਉਹਦੇ ਵਾਸਤੇ ਕੋਈ ਨਾ ਕੁਝ ਲੈ ਕੇ ਜਾਂਦਾ ਸੁਗਾਤ। ਤੇ ਧੰਨ ਗੁਰੂ ਰਾਮਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹ ਤਾਂ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਨੇ, ਇਹ ਤੇ ਦੀਨ ਦੁਨੀਆ ਦੇ ਮਾਲਕ ਨੇ। ਗੁਰੂ ਕੇ ਸਿੱਖਾ, ਜਦੋਂ ਵੀ ਗੁਰੂ ਦਰ ਤੇ ਆਉਣਾ, ਭਾਵੇਂ ਇੱਕ ਟਕਾ ਹੀ ਲੈ ਕੇ ਆ, ਗੁਰੂ ਚਰਨਾਂ 'ਚ ਭੇਟਾ ਜ਼ਰੂਰ ਰੱਖਿਆ ਕਰ। ਇਹ ਗੁਰੂ ਦਾ ਅਦਬ ਹੈ, ਇਹ ਗੁਰੂ ਦਾ ਸਤਿਕਾਰ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਮੰਨੇ ਨੇ। ਪਿਆਰੋ, ਜਿਹੜਾ ਵੀ ਆਉਂਦਾ ਹੈ ਨਾ, ਉਹ ਖਾਲੀ ਹੱਥ ਨਹੀਂ ਆਉਂਦਾ ਜੀ, ਕੁਛ ਨਾ ਕੁਛ ਆਣ ਕੇ ਗੁਰੂ ਚਰਨਾਂ 'ਚ ਅਰਪਣ ਕਰਦਾ ਹੈ ਜੀ। ਸਰਬ ਪਦਾਰਥ ਸਭ ਕੇ ਹੋਏ, ਸਰਬ ਰੀਤ ਤੇ ਸਭ ਸੁਖ ਜੋਏ। ਤੇ ਫਿਰ ਹੋਇਆ ਕੀ? ਕਲਾ ਕੀ ਵਰਤੀ ਗੁਰੂ ਦੀ। ਕਹਿਣ ਲੱਗੇ ਸਰਬ ਪਦਾਰਥ ਸਭ ਕੇ ਹੋਏ। ਜਿਤਨੇ ਸਿੱਖ ਨੇ ਪਿਆਰੇ, ਉਹਨਾਂ ਦੇ ਘਰਾਂ 'ਚ ਪਦਾਰਥਾਂ ਦੀ ਕੋਈ ਕਮੀ ਨਾ ਰਹਿ ਗਈ ਜੀ। ਉਹਨਾਂ ਦੇ ਯਾਰ ਬੁਖਾਰ ਭਰ ਗਏ, ਘਰਾਂ 'ਚ ਬਰਕਤਾਂ ਹੀ ਬਰਕਤਾਂ ਪੈ ਗਈਆਂ। ਸਰਬ ਰੀਤੇ ਸਭ ਸੁਖ ਜੋਏ। ਕਹਿਣ ਲੱਗੇ ਹਰੇਕ ਪ੍ਰਕਾਰ ਦਾ ਸੁਖ ਉਹਨਾਂ ਨੂੰ ਮਿਲਦਾ ਪਿਆ। ਕਾਰੋਬਾਰ ਹੈ, ਘਰ ਮਾਇਆ ਆ ਗਈ, ਧਨ ਪਦਾਰਥ ਆ ਗਏ, ਆਪਣੇ ਬੱਚਿਆਂ ਦੇ ਕਾਰਜ ਕਰਦੇ ਨੇ। ਪਿਆਰਿਓ, ਹੁਣ ਖੁਸ਼ੀਆਂ ਮਨਾਉਂਦੇ ਨੇ, ਹਰੇਕ ਪ੍ਰਕਾਰ ਦਾ ਸੁਖ ਉਹਨਾਂ ਨੂੰ ਪ੍ਰਾਪਤ ਹੋਣ ਲੱਗਿਆ। ਜਦੋਂ ਉਹਨਾਂ ਨੇ ਆਪਣਾ ਨੇਮ ਬਣਾਇਆ, ਬਰਕਤਾਂ ਹੀ ਬਰਕਤਾਂ ਪੈਣ ਲੱਗ ਪਈਆਂ ਹਨ ਜੀ। ਅਬ ਲਗ ਜਾਣੀ ਜਾਏ ਸੋ ਚਾਲ, ਕਰਤ ਸਦੀਵ ਜੇ ਸਿੱਖ ਵਿਸਾਲ। ਤੇ ਭਾਈ ਸਾਹਿਬ ਜੀ ਕਹਿੰਦੇ ਨੇ, ਇਹ ਕੇਵਲ ਉਸ ਵੇਲੇ ਦੀ ਬਾਤ ਨਹੀਂ, ਅੱਜ ਵੀ ਪਿਆਰੋ, ਜਿਹੜਾ ਸਿੱਖ ਭਾਵਨਾ ਦੇ ਨਾਲ ਉੱਥੇ ਜਾਂਦਾ ਹੈ, ਜਾ ਕੇ ਦੀਦਾਰ ਕਰਦਾ ਸ੍ਰੀ ਦਰਬਾਰ ਸਾਹਿਬ, ਉੱਥੇ ਜਾ ਕੇ ਸੇਵਾ ਕਰਦਾ ਹੈ, ਉੱਥੇ ਜਾ ਕੇ ਭੇਟਾ ਅਰਪਣ ਕਰਦਾ ਹੈ, ਉਹਨੂੰ ਅੱਜ ਵੀ ਉੱਥੋਂ ਦਾਤਾਂ ਮਿਲਦੀਆਂ ਨੇ। ਉਹਦੀਆਂ ਮਨ ਦੀਆਂ ਭਾਵਨਾਵਾਂ ਅੱਜ ਵੀ ਪੂਰੀਆਂ ਹੁੰਦੀਆਂ ਨੇ। ਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ ਹੈ ਜੀ। ਇਸੇ ਤਰ੍ਹਾਂ ਗੁਰੂ ਘਰ ਦੀ ਮਹਿਮਾ ਸੁਣ ਸੁਣ ਕੇ ਫਿਰ ਕਿਵੇਂ ਸਿੱਖ ਗੁਰੂ ਚਰਨਾਂ ਵਿੱਚ ਚੱਲ ਕੇ ਆਉਂਦੇ ਨੇ, ਕੀ ਬੇਨਤੀਆਂ ਕਰਦੇ ਨੇ, ਇਹ ਵਿਚਾਰ ਆਪ ਜੀ ਨੇ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨੀ। ਇੰਨੀ ਕੁ ਸੇਵਾ ਪ੍ਰਵਾਨ ਕਰਨੀ, ਹੋਈਆਂ ਬੇਅੰਤ ਭੁੱਲਾਂ ਮਾਫ ਕਰਨੀਆਂ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ, ਜਿਨ੍ਹਾਂ ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੈ। ਇਵੇਂ ਕਹਿ ਲਈਏ, ਸਿੱਖ ਕੌਮ ਦੇ ਅੰਦਰ ਢਾਡੀ ਕਲਾ ਦੇ ਜਨਮਦਾਤਾ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਪਿਆਰੇ, ਮੀਰੀ ਪੀਰੀ ਦੇ ਮਾਲਕ ਦੇ ਦਰ ਤੋਂ ਨਿਵਾਜੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਿਲਖਾ ਸਿੰਘ ਜੀ ਮੌਜੀ, ਸਮੂਹ ਜਥੇ ਦੇ ਉੱਪਰ ਬਹੁਤ ਕਿਰਪਾ ਹੈ ਸਤਿਗੁਰੂ ਦੀ। ਪਿਆਰਿਓ, ਗੁਰੂ ਮਹਾਰਾਜ ਦੀਆਂ ਰਹਿਮਤਾਂ ਨੇ ਇਹ ਜਥਾ ਇਹਨਾਂ ਚੜ੍ਹਦੀ ਕਲਾ ਵਾਲਾ ਕਿ ਪੁਰਾਤਨ ਢਾਡੀ ਕਲਾ ਨੂੰ ਇਹਨਾਂ ਨੇ ਪੂਰਾ ਜਿਉਂਦਿਆਂ ਰੱਖਿਆ ਹੋਇਆ ਜੀ, ਜਿਉਂਦਿਆਂ ਰੱਖਿਆ ਹੋਇਆ। ਮੈਂ ਬੇਨਤੀ ਕਰਨਾ, ਅੱਜ ਉਹਨਾਂ ਦੀ ਵਿਦੇਸ਼ ਫੇਰੀ ਦੀ ਇਸ ਗੁਰੂ ਘਰ ਵਿਖੇ ਅੱਜ ਉਹਨਾਂ ਦਾ ਇੱਕ ਆਖਰੀ ਦੀਵਾਨ ਹੈ, ਤੇ ਕੱਲ ਦੁਪਹਿਰ ਦਾ ਦੀਵਾਨ ਲਗਾ ਕੇ ਉਹਨਾਂ ਨੇ ਫਿਰ ਵੈਨਕੂਵਰ ਚਲੇ ਜਾਣਾ। ਉੱਥੋਂ ਵਾਪਸੀ ਹੈ ਇੰਡੀਆ ਨੂੰ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਗੁਰੂ ਚਰਨਾਂ 'ਚ ਅਸਾਂ ਨੇ ਅਰਦਾਸ ਕਰਨੀ ਹੈ ਕਿ ਬਹੁਤ ਮਾਨ ਸਨਮਾਨ ਸੰਗਤਾਂ ਦੀਆਂ ਬੜੀਆਂ ਸੀਸਾਂ ਇਹ ਜਥੇ ਨੇ ਪ੍ਰਾਪਤ ਕੀਤੀਆਂ ਨੇ। ਸਤਿਗੁਰ ਕਿਰਪਾ ਕਰਨ। ਆਗਿਆ ਸੁਖ ਮੇਰੇ ਮੀਤਾ, ਪਾਤਸ਼ਾਹ ਆਨੰਦ ਪ੍ਰਭ ਕੀਤਾ। ਸਤਿਗੁਰੂ ਜੀ ਮਿਹਰ ਕਰਨ। ਆਉਣ ਵਾਲੇ ਸਮੇਂ ਦੇ ਅੰਦਰ ਵੀ ਇਸੇ ਤਰ੍ਹਾਂ ਇਹ ਜਥੇ ਨੂੰ ਚੜ੍ਹਦੀ ਕਲਾ ਆਪਣੀਆਂ ਰਹਿਮਤਾਂ ਨਾਲ ਨਿਵਾਜਦੇ ਰਹਿਣ। ਸੰਗਤਾਂ ਦਾ ਮਾਨ ਸਨਮਾਨ ਅਸੀਸਾਂ ਇਸੇ ਤਰ੍ਹਾਂ ਜਥੇ ਨੂੰ ਮਿਲਦੀਆਂ ਰਹਿਣ। ਇਹ ਬੇਨਤੀ ਹੈ ਜੀ। ਹੋਈਆਂ ਭੁੱਲਾਂ ਮਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।